हाँ जी, ਅੱਜ ਮੈਂ ਆਪ ਜੀ ਨੂੰ ਜੀਓਗ੍ਰਾਫੀ ਦੀ ਤਿਆਰੀ ਕਰਾਉਣ ਜਾ ਰਿਹਾ ਹਾਂ ਅਤੇ ਇਸ ਤੋਂ ਬਿਨਾਂ ਕੋਈ ਵੀ ਕੁਐਸਚਨ ਜੀਓਗ੍ਰਾਫੀ ਦਾ ਨਹੀਂ ਆਉਂਦਾ। ਇਸ ਦੇ ਵਿੱਚ ਮੈਂ 450 ਤੋਂ ਉੱਪਰ ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਹੜੇ ਕੁਐਸਚਨ ਕਈ ਵਾਰੀ ਮੈਂ ਨਹੀਂ ਬੋਲੂੰਗਾ ਉਹ ਥੋੜ੍ਹੇ ਘੱਟ ਇੰਪੋਰਟੈਂਟ ਹੋ ਸਕਦੇ ਨੇ, ਪਰ ਆਪ ਜਿਵੇਂ ਮੈਂ ਇਹਨਾਂ ਨੂੰ ਹੁਣ ਇਸ ਤਰ੍ਹਾਂ ਸਕਰੀਨ 'ਤੇ ਰੋਕਿਆ ਹੋਇਆ ਹੈ, ਆਪ ਵੀ ਇਸ ਤਰ੍ਹਾਂ ਰੋਕ ਕੇ ਇਹਨਾਂ ਦਾ ਸਕਰੀਨਸ਼ਾਟ ਲੈ ਸਕਦੇ ਹੋ ਅਤੇ ਇਹਨਾਂ 'ਚੋਂ ਇੰਪੋਰਟੈਂਟ ਕੁਐਸਚਨ ਨੋਟ ਕਰ ਸਕਦੇ ਹੋ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ ਜਿਹੜਾ ਕੁਐਸਚਨ ਹੈ ਉਹ ਹੈਗਾ, ਤਾਰਿਆਂ ਦੇ ਜੋ ਸਮੂਹ ਬਣੇ ਹੁੰਦੇ ਹਨ, ਆਕ੍ਰਿਤੀਆਂ ਬਣੀਆਂ ਹੁੰਦੀਆਂ ਹਨ ਅਤੇ ਉਹਨਾਂ ਨੂੰ ਤਾਰਾ ਸਮੂਹ ਕਿਹਾ ਜਾਂਦਾ ਹੈ। ਕੰਸਟੇਲੇਸ਼ਨ ਇਹਦੇ ਵਾਸਤੇ ਸ਼ਬਦ ਇੰਗਲਿਸ਼ ਦੇ ਵਿੱਚ ਹੈ ਅਤੇ ਇਹ ਗਿਣਤੀ ਦੇ ਵਿੱਚ 88 ਹਨ ਜੀ। ਹੁਣ ਤੱਕ ਇਹ 88 ਲੱਭੇ ਗਏ ਹਨ। ਇਹਨਾਂ ਦੀ ਦੇਖੋ ਤਸਵੀਰ ਵੀ ਮੈਂ ਇੱਕ ਨਾਲ ਬਣਾਈ ਹੈ ਅਤੇ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਦੇਖੋ ਹੁਣ ਉਰਸਾ ਮੇਜਰ ਅਤੇ ਬਿਗ ਬੀਅਰ ਦੇਖੋ ਇੱਕ ਤਾਰਾ ਸਮੂਹ ਹਨ। ਸਪਤਰਿਸ਼ੀ 7 ਤਾਰਿਆਂ ਦਾ ਦੇਖੋ ਸਮੂਹ ਹੁੰਦਾ ਹੈਗਾ ਅਤੇ ਉਸ ਤੋਂ ਬਾਅਦ ਪ੍ਰਾਚੀਨ ਸਮੇਂ ਵਿੱਚ ਜਿਹੜੇ ਲੋਕ ਹੈ ਰਾਤ ਨੂੰ ਮਤਲਬ ਕਿ ਇਹਨਾਂ ਰਾਹੀਂ ਦਿਸ਼ਾਵਾਂ ਜਿਹੜੀਆਂ ਹੈਗੀਆਂ ਲੱਭਦੇ ਹੁੰਦੇ ਸਨ। ਉੱਤਰੀ ਭਾਗ ਵਿੱਚ ਉੱਤਰ ਦਿਸ਼ਾ ਨੂੰ ਦਰਸਾਉਣ ਲਈ ਜਿਹੜਾ ਹੈਗਾ ਧਰੁਵ ਤਾਰਾ ਹੁੰਦਾ ਹੈ ਜੀ, ਜੋ ਇੱਕੋ ਹੀ ਥਾਂ ਰਹਿੰਦਾ ਹੈ, ਮਤਲਬ ਕਿ ਸਥਿਰ ਹੁੰਦਾ, ਮਤਲਬ ਕਿ ਇਹ ਇਸ ਦੇ ਨਾਲ ਜਿਹੜੀ ਹੈਗੀ ਉੱਤਰ ਦਿਸ਼ਾ ਜਿਹੜੀ ਹੈਗੀ ਆ ਉਹ ਲੱਭੀ ਜਾਂਦੀ ਹੈਗੀ ਆ। ਜਿਹੜਾ ਸਪਤਰਿਸ਼ੀ ਹੈਗਾ ਜੀ ਉਹਦੇ ਰਾਹੀਂ ਆਪਾਂ ਤਾਰਿਆਂ ਦੀ ਜਿਹੜੀ ਹੈਗੀ ਆ ਉਹ ਮਤਲਬ ਕਿ ਸਹਾਇਤਾ ਨਾਲ ਧਰੁਵ ਤਾਰੇ ਦੀ ਸਥਿਤੀ ਜਿਹੜੀ ਹੈਗੀ ਆ ਉਹ ਲੱਭ ਸਕਦੇ ਹੈਗੇ। ਉਸ ਤੋਂ ਅੱਗੇ ਹੈਗਾ ਬ੍ਰਹਸਪਤੀ, ਸ਼ਨੀ, ਯੂਰੇਨਸ। ਇਹ ਜਿਹੜੇ ਹੈਗੇ ਨੇ ਇਹਨਾਂ ਦੇ ਚਾਰੇ ਪਾਸੇ ਜੋ ਹੈਗੇ ਛੱਲੇ ਮਿਲਦੇ ਹਨ, ਰਿੰਗਸ ਮਿਲਦੇ ਹਨ। ਗ੍ਰਹਿਆਂ ਦਾ ਆਪਣਾ ਕੋਈ ਵੀ ਪ੍ਰਕਾਸ਼ ਨਹੀਂ ਹੁੰਦਾ ਦੇਖੋ ਜੀ, ਇਹ ਤਾਰਿਆਂ ਤੋਂ ਜਿਹੜਾ ਹੈਗਾ ਪ੍ਰਕਾਸ਼ ਲੈਂਦੇ ਹਨ। ਉਸ ਤੋਂ ਬਾਅਦ ਅਗਲਾ ਹੈ ਪਲੈਨਟ। ਗ੍ਰੀਕ ਭਾਸ਼ਾ ਦੇ ਸ਼ਬਦ ਪਲੈਨੇਟੀਆ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਚਾਰੇ ਪਾਸੇ ਘੁੰਮਣ ਵਾਲਾ। ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਹੈ। ਧਰਤੀ ਦੇਖੋ ਇੱਕ ਗ੍ਰਹਿ ਹੈ, ਇਹਦਾ ਆਪਣਾ ਕੋਈ ਪ੍ਰਕਾਸ਼ ਨਹੀਂ ਹੁੰਦਾ ਅਤੇ ਇਹ ਜਿਹੜੀ ਹੈਗੀ ਆ ਸੂਰਜ ਤੋਂ ਪ੍ਰਕਾਸ਼ ਲੈਂਦੀ ਹੈ, ਕਿਉਂਕਿ ਸੂਰਜ ਇਸ ਤੋਂ ਸਭ ਤੋਂ ਨੇੜੇ ਦਾ ਤਾਰਾ ਜਿਹੜਾ ਹੈਗਾ ਸੂਰਜ ਹੀ ਹੈ। ਦੇਖੋ ਚੰਦਰਮਾ ਕੀ ਹੈ ਜੀ, ਇਹ ਉਪਗ੍ਰਹਿ ਹੈਗਾ, ਠੀਕ ਹੈ। ਧਰਤੀ ਦੇ ਦੁਆਲੇ ਜਿਹੜਾ ਹੈਗਾ ਉਹ ਚੱਕਰ ਲਗਾਉਂਦਾ ਹੈਗਾ। ਚੰਦਰਮਾ ਧਰਤੀ ਤੋਂ ਦੇਖੋ ਕਿੰਨੇ ਕਿਲੋਮੀਟਰ ਦੂਰ ਹੈ, ਇਹ ਹੈ ਜੀ 3,84,400 ਕਿਲੋਮੀਟਰ ਦੂਰ ਜਿਹੜਾ ਹੈਗਾ ਇਹ ਹੈਗਾ ਜੀ। ਜਿਸ ਦਿਨ ਦੇਖੋ ਫੁੱਲ ਮੂਨ ਕਿਸ ਦਿਨ ਹੁੰਦਾ ਹੈ, ਅਤੇ ਇਹ ਜਿਹੜਾ ਮਹੀਨੇ ਵਿੱਚ ਇੱਕ ਵਾਰੀ ਆਉਂਦਾ ਹੈਗਾ, ਪੂਰਨਿਮਾ ਦਿਨ ਹੁੰਦਾ ਉਸ ਦਿਨ, ਅਤੇ ਉਸ ਦਿਨ ਇਹ ਹੁੰਦਾ। ਉਸ ਤੋਂ 15 ਦਿਨਾਂ ਬਾਅਦ ਨਿਊ ਮੂਨ ਹੁੰਦਾ, ਅਮਾਵਸਿਆ ਵੀ ਇਸ ਨੂੰ ਕਿਹਾ ਜਾਂਦਾ ਹੈਗਾ। ਦੇਖੋ ਜਿਹੜੇ ਹੈਗੇ ਸੂਰਜ, ਚੰਦਰਮਾ, ਸਾਰੀਆਂ ਜੋ ਵਸਤਾਂ ਰਾਤ ਨੂੰ ਮਤਲਬ ਕਿ ਜਿਹੜੀਆਂ ਵਸਤਾਂ ਜਿਹੜੀਆਂ ਇਹ ਸਾਰੀਆਂ ਚੱਲਦੀਆਂ ਹਨ ਅਤੇ ਚਮਕਦੀਆਂ ਹਨ, ਇਹਨਾਂ ਨੂੰ ਜਿਹੜੇ ਹੈਗੇ ਆ ਖਗੋਲੀ ਪਿੰਡ ਵੀ ਕਿਹਾ ਜਾਂਦਾ, ਸੈਲੈਸ਼ੀਅਲ ਬੋਡੀ ਇਹਨਾਂ ਦਾ ਨਾਮ ਹੈ। ਅਤੇ ਉਸ ਤੋਂ ਬਾਅਦ ਕੁਛ ਖਗੋਲੀ ਪਿੰਡ ਬਹੁਤ ਵੱਡੇ ਅਤੇ ਗਰਮ ਹੁੰਦੇ ਹਨ, ਗੈਸਾਂ ਤੋਂ ਬਣੇ ਹੁੰਦੇ ਹਨ, ਇਹਨਾਂ ਦਾ ਆਪਣਾ ਤਾਪ ਅਤੇ ਪ੍ਰਕਾਸ਼ ਹੁੰਦਾ ਹੈ, ਠੀਕ ਹੈ। ਕੁਛ ਖਗੋਲੀ ਪਿੰਡਾਂ ਦੀ ਗੱਲ ਹੈ ਇਹ, ਠੀਕ ਹੈ ਜੀ। ਅੱਗੇ ਦੇਖੋ ਜੀਓਗ੍ਰਾਫੀ, ਇਹ ਦੇਖ ਲਓ ਪੁੱਛ ਲੈਂਦੇ ਕੁਐਸਚਨ, ਕਿਸ ਭਾਸ਼ਾ ਦਾ ਸ਼ਬਦ ਹੈ, ਦੇਖੋ ਜੀ, ਅਤੇ ਇਹ ਜਿਹੜਾ ਹੈਗਾ ਗ੍ਰੀਕ ਭਾਸ਼ਾ ਦਾ ਸ਼ਬਦ ਹੈ। ਇਸ ਦਾ ਅਰਥ ਹੈਗਾ ਪ੍ਰਿਥਵੀ ਦਾ ਅਧਿਐਨ। ਦੇਖੋ ਜੀਓ ਸ਼ਬਦ ਹੈ, ਇਹਦਾ ਮਤਲਬ ਅਰਥ, ਐਂਡ ਗ੍ਰਾਫੀਆ ਸ਼ਬਦ ਦਾ ਮੀਨਿੰਗ ਹੈ ਰਾਈਟਿੰਗ। ਰਾਈਟਿੰਗ ਮੀਨ ਉਹਦੇ ਬਾਰੇ ਲਿਖਣਾ, ਧਰਤੀ ਬਾਰੇ ਲਿਖਣਾ। ਅੱਗੇ ਹੈ ਸੂਰਜ ਸੌਰ ਮੰਡਲ ਦੇ ਕੇਂਦਰ ਦੇ ਵਿੱਚ ਹੈ। ਸੂਰਜ ਧਰਤੀ ਤੋਂ ਜਿਹੜਾ ਹੈਗਾ 15 ਕਰੋੜ ਕਿਲੋਮੀਟਰ ਦੂਰ ਹੈ ਜੀ। ਕੁੱਲ ਜਿਹੜੇ 8 ਆਪਣੇ ਕੋਲ ਗ੍ਰਹਿ ਹਨ, ਆ ਦੇਖੋ ਬੁੱਧ, ਸ਼ੁੱਕਰ, ਧਰਤੀ, ਮੰਗਲ, ਬ੍ਰਹਸਪਤੀ, ਸ਼ਨੀ, ਯੂਰੇਨਸ ਅਤੇ ਨੈਪਚੂਨ। ਸਾਰੇ ਜਿਹੜੇ ਹੈਗੇ ਆ ਜੀ ਗ੍ਰਹਿ ਉਹ ਨਿਸ਼ਚਿਤ ਪੱਥ 'ਤੇ ਜਿਹੜੇ ਹੈਗੇ ਆ ਸੂਰਜ ਦੁਆਲੇ ਚੱਕਰ ਲਗਾਉਂਦੇ ਹਨ। ਬੁੱਧ
ਸੂਰਜ ਦੇ ਸਭ ਤੋਂ ਨੇੜੇ ਹੈ ਜੀ। ਇਹ ਸੂਰਜ ਦੁਆਲੇ ਚੱਕਰ 88 ਦਿਨਾਂ ਦੇ ਵਿੱਚ ਪੂਰਾ ਕਰ ਲੈਂਦਾ ਹੈ। ਸ਼ੁੱਕਰ ਨੂੰ ਧਰਤੀ ਦਾ ਜੁੜਵਾਂ ਗ੍ਰਹਿ ਵੀ ਕਿਹਾ ਜਾਂਦਾ ਹੈ। ਅਰਥ ਟਵਿਨ ਇਸ ਗ੍ਰਹਿ ਨੂੰ ਕਿਹਾ ਜਾਂਦਾ ਹੈ ਜੀ। ਕਈ ਵਾਰੀ ਇਹ ਪੁੱਛ ਲੈਂਦੇ ਆ ਕੁਐਸਚਨ, ਅਤੇ ਸ਼ੁੱਕਰ ਗ੍ਰਹਿ ਹੈ ਉਹ। ਹੁਣ ਆਪਾਂ ਦੇਖਦੇ ਹਾਂ, ਅੰਤਰਰਾਸ਼ਟਰੀ ਖਗੋਲੀ ਸੰਗਠਨ ਨੇ ਪਲੂਟੋ ਨੂੰ ਅਗਸਤ 2006 ਨੂੰ, ਠੀਕ ਹੈ, ਬੌਨੇ ਗ੍ਰਹਿ ਦੀ ਸ਼੍ਰੇਣੀ ਵਿੱਚ ਰੱਖ ਦਿੱਤਾ ਸੀ, ਜਿਸ ਦਾ ਨਾਮ ਦੇਖੋ 2003 UB 313 ਨੰਬਰ ਰੱਖਿਆ ਗਿਆ ਹੈ। ਦੇਖੋ ਜਿਹੜੇ ਹੁਣ ਖਗੋਲੀ ਇਹ ਜਿਹੜੇ ਪਿੰਡਾਂ ਦਾ ਅਧਿਐਨ ਕਰਦੇ ਹਨ, ਇਹਨਾਂ ਨੂੰ ਦੇਖੋ ਖਗੋਲ ਸ਼ਾਸਤਰੀ ਕਿਹਾ ਜਾਂਦਾ ਹੈ। ਆਰੀਆਭੱਟ ਨੇ ਦੱਸਿਆ ਸੀ ਕਿ ਸਾਰੇ ਜਿਹੜੇ ਗ੍ਰਹਿ ਅਤੇ ਚੰਦਰਮਾ ਸੂਰਜ ਤੋਂ ਪਰਿਵਰਤਿਤ ਕਿਰਨਾਂ ਕਾਰਨ ਚਮਕਦੇ ਹਨ, ਠੀਕ ਹੈ ਜੀ। ਇਹ ਮਤਲਬ ਕਿ ਉਹਨਾਂ ਨੇ ਦੱਸਿਆ ਸੀਗਾ। ਅੱਗੇ ਹੈ ਧਰਤੀ ਤੀਜਾ ਗ੍ਰਹਿ ਹੈ। ਧਰੁਵਾਂ ਤੋਂ ਇਹ ਦੇਖੋ ਚਪਟੀ ਹੈ, ਅਤੇ ਉੱਤਰੀ ਅਤੇ ਦੱਖਣ ਧਰੁਵ ਮਤਲਬ ਕਿ ਇਹਨਾਂ ਦੇ ਜਿਹੜੇ ਧਰੁਵ ਨੇ ਉਹ 2 ਧਰੁਵ ਹਨ। ਅਤੇ ਉਸ ਤੋਂ ਬਾਅਦ ਅਗਲੀ ਹੈ ਧਰਤੀ ਦੀ ਜਿਹੜੀ ਸ਼ੇਪ ਹੈ ਉਹ ਜਿਊਡ ਸ਼ੇਪ ਹੈ, ਮਤਲਬ ਕਿ ਧਰਤੀ ਦੀ ਇੱਕ ਇੱਦਾਂ ਦੀ ਆਪਣੀ ਵੱਖਰੀ ਹੋਈ ਸ਼ੇਪ ਹੈ ਜਿਸ ਵਰਗੀ ਕੋਈ ਵੀ ਸ਼ੇਪ ਨਹੀਂ ਹਜੇ ਤੱਕ ਬਣੀ। ਪ੍ਰਕਾਸ਼ ਦੀ ਦੇਖੋ ਜੀ ਗਤੀ ਦੱਸੀ ਹੋਈ ਹੈ, 3 ਲੱਖ ਕਿਲੋਮੀਟਰ ਜਿਹੜਾ ਹੈਗਾ ਪ੍ਰਤੀ ਸੈਕਿੰਡ ਦੀ ਰਫ਼ਤਾਰ ਦੇ ਨਾਲ ਜਿਹੜਾ ਹੈਗਾ ਪ੍ਰਕਾਸ਼ ਚੱਲਦਾ ਹੈਗਾ, ਅਤੇ 8 ਜਾਂ ਐਂ ਕਹਿ ਲਓ 8.5 ਮਿੰਟ ਲੱਗਦੇ ਇਹਨੂੰ ਮਤਲਬ ਕਿ ਧਰਤੀ 'ਤੇ ਪਹੁੰਚਣ ਲਈ। ਅਗਲਾ ਹੈ ਧਰਤੀ ਨੀਲੇ ਰੰਗ ਦੀ ਦਿਖਾਈ ਦਿੰਦੀ ਹੈ, ਅਤੇ ਇਸਦਾ 2/3 ਜਿਹੜਾ ਸਤ੍ਹਾ 'ਤੇ ਪਾਣੀ ਜਿਹੜਾ ਹੈਗਾ ਉਹ ਹੈ। ਇਸ ਨੂੰ ਨੀਲਾ ਗ੍ਰਹਿ ਵੀ ਕਹਿੰਦੇ ਹਨ, ਬਲੂ ਪਲੈਨਟ। ਅੱਗੇ ਹੈ ਨੀਲ ਆਰਮਸਟਰੋਂਗ ਬਾਰੇ ਜੀ, ਜੋ ਚੰਦਰਮਾ 'ਤੇ ਗਏ ਸੀਗੇ ਜੀ, ਅਤੇ 21 ਜੁਲਾਈ 1969 ਦੇ ਵਿੱਚ ਇਹਨਾਂ ਨੇ ਚੰਦਰਮਾ 'ਤੇ ਆਪਣੇ ਕਦਮ ਰੱਖੇ ਸਨ। ਚੰਦਰਮਾ ਧਰਤੀ ਦਾ ਉਪਗ੍ਰਹਿ ਹੈ। ਇਸ ਦਾ ਵਿਆਸ ਧਰਤੀ ਦੇ ਵਿਆਸ ਤੋਂ 1/4 ਹਿੱਸਾ ਹੈ। ਚੰਦਰਮਾ ਦੀ ਆਪਾਂ ਦੂਰੀ ਪਹਿਲਾਂ ਆਪਾਂ ਦੱਸ ਚੁੱਕੇ ਹਾਂ। ਅਤੇ ਅੱਗੇ ਹੈ ਉਪਗ੍ਰਹਿ ਮਤਲਬ ਕਿ ਹੈ ਜੋ ਕੀ ਹੁੰਦੇ ਹਨ, ਜੋ ਮਤਲਬ ਕਿ ਜੋ ਗ੍ਰਹਿਾਂ ਦੇ ਆਸੇ ਪਾਸੇ ਚੱਕਰ ਲਗਾਉਂਦੇ ਹਨ। ਕਈ ਵਾਰੀ ਪੁੱਛ ਲੈਂਦੇ ਆ ਜੀ ਹਿਊਮਨ ਮੇਡ ਜਿਹੜੇ ਸੈਟੇਲਾਈਟ ਹੈਗੇ ਆ, ਆਰਟੀਫਿਸ਼ੀਅਲ ਸੈਟੇਲਾਈਟ ਹੈ, ਉਹਨਾਂ ਦੇ ਨਾਮ ਦੱਸੋ, ਠੀਕ ਹੈ। ਇੰਡੀਅਨ ਜਿਹੜੇ ਸੈਟੇਲਾਈਟ ਹੈ ਦੇਖੋ IN ਸੈਟ ਅਤੇ IRS ਅਤੇ ਐਜੂਸੈਟ ਜਿਹੜੇ ਹੈਗੇ ਨੇ ਇਹ ਇੰਡੀਅਨ ਸੈਟੇਲਾਈਟ ਹੈਗੇ ਨੇ। ਇਹ ਪੁੱਛ ਲੈਂਦੇ ਜੀ ਚੰਦਰਮਾ ਧਰਤੀ ਦਾ ਇੱਕ ਚੱਕਰ ਕਿੰਨੇ ਦਿਨਾਂ ਵਿੱਚ ਪੂਰਾ ਕਰਦਾ ਹੈ। ਇਹ 27 ਦਿਨ ਦੇ ਵਿੱਚ ਪੂਰਾ ਕਰਦਾ ਹੈ। ਅੱਗੇ ਇਹੀ ਕਾਰਨ ਹੈ ਦੇਖੋ ਕਿ ਜਿਹੜਾ ਹੈਗਾ ਨਾ ਅਸੀਂ ਧਰਤੀ ਦਾ ਕੇਵਲ ਅਸੀਂ ਜਿਹੜਾ ਧਰਤੀ ਤੋਂ ਜਿਹੜਾ ਚੰਦਰਮਾ ਦਾ ਕੇਵਲ ਅੱਧਾ ਭਾਗ ਹੀ ਦੇਖ ਸਕਦੇ ਹਾਂ, ਅਤੇ ਚੰਦਰਮਾ ਦੇ ਚਮਕਦੇ ਭਾਗ ਜਿਹੜੇ ਹੈਗੇ ਆ ਉਹ ਪਰਬਤ ਹਨ, ਅਤੇ ਕਾਲੇ ਭਾਗ ਮੈਦਾਨ ਹਨ ਇਸਦੇ। ਐਸਟਰੋਇਡ ਕਈ ਸੰਖਿਆ ਵਿੱਚ ਛੋਟੇ ਛੋਟੇ ਪਿੰਡ ਹੁੰਦੇ ਹਨ ਜੋ ਸੂਰਜ ਦੇ ਦੁਆਲੇ ਚੱਕਰ ਲਗਾਉਂਦੇ ਹਨ, ਅਤੇ ਮਾਰਸ ਅਤੇ ਜੂਪੀਟਰ ਦੇ ਵਿਚਕਾਰ ਇਹ ਆਪਾਂ ਨੂੰ ਮਿਲਦੇ ਹਨ। ਵਿਸ਼ਵਾਸ ਕੀਤਾ ਜਾਂਦਾ ਕਿ ਵੀ ਇਹ ਜਿਹੜੇ ਐਸਟਰੋਇਡ ਸੀਗੇ ਇੱਥੇ ਕੋਈ ਗ੍ਰਹਿ ਸੀ ਜੋ ਆਪਸ ਵਿੱਚ ਟਕਰਾਉਣ ਦੇ ਨਾਲ ਇੱਥੇ ਗ੍ਰਹਿ ਟੁੱਟ ਗਏ, ਤਾਂ ਉਹਨਾਂ ਦਾ ਇਹ ਜਿਹੜਾ ਹੈਗਾ ਮਟੀਰੀਅਲ ਹੈ ਜੋ ਇਹ ਘੁੰਮ ਰਿਹਾ ਹੈ। ਉਸ ਤੋਂ ਅੱਗੇ ਹੈਗਾ ਉਲਕਾ ਪਿੰਡ, ਠੀਕ ਹੈ, ਮੈਟਰਾਇਡਸ। ਚਟਾਨਾਂ ਦੇ ਛੋਟੇ ਛੋਟੇ ਟੁਕੜੇ ਜੋ ਸੂਰਜ ਦੇ ਦੁਆਲੇ ਘੁੰਮਦੇ ਹਨ ਉਹਨਾਂ ਨੂੰ ਉਲਕਾ ਪਿੰਡ ਕਿਹਾ ਜਾਂਦਾ ਹੈ। ਕਈ ਵਾਰ ਧਰਤੀ ਦੇ ਇੰਨਾ ਨੇੜੇ ਹੁੰਦੇ ਹਨ ਕਿ ਧਰਤੀ ਦੇ ਡਿੱਗਣ ਲੱਗਦੇ ਹਨ ਕਈ ਵਾਰੀ ਇਹ, ਪਰ ਵਾਯੂਮੰਡਲ ਦੀ ਗਰਮ ਹਵਾ ਕਾਰਨ ਜਲ ਜਾਂਦੇ ਹਨ ਅਤੇ
ਚਮਕਦਾਰ ਜੋ ਹੈਗੀ ਹੈ ਪ੍ਰਕਾਸ਼ ਉਹ ਪੈਦਾ ਕਰਦੇ ਹਨ, ਉਹਨਾਂ ਨੂੰ ਉਲਕਾ ਕਿਹਾ ਜਾਂਦਾ ਹੈ। ਅੱਗੇ ਦੇਖਦੇ ਹਾਂ। ਕਹਿੰਦੇ ਪਰ ਕਈ ਵਾਰੀ ਜਿਹੜੇ ਇਹ ਉਲਕਾ ਹੈਗੇ ਆ ਬਿਨਾਂ ਜਲੇ ਹੀ ਧਰਤੀ 'ਤੇ ਡਿੱਗ ਪੈਂਦੇ ਹਨ ਅਤੇ ਉਹਨਾਂ ਨੂੰ ਉਲਕਾ ਪਿੰਡ ਕਿਹਾ ਜਾਂਦਾ ਹੈ। ਜਿਹੜੇ ਤਾਂ ਜਲ ਜਾਂਦੇ ਹਨ ਉਹਨਾਂ ਨੂੰ ਉਲਕਾ ਕਹਿੰਦੇ ਹਨ, ਅਤੇ ਜਿਹੜੇ ਬਿਨਾਂ ਜਲੇ ਮਤਲਬ ਕਿ ਧਰਤੀ 'ਤੇ ਹੀ ਡਿੱਗ ਜਾਂਦੇ ਹਨ ਉਹਨਾਂ ਨੂੰ ਉਲਕਾ ਪਿੰਡ ਕਿਹਾ ਜਾਂਦਾ ਹੈ। ਦੇਖੋ, ਅਸਮਾਨ ਵਿੱਚ ਇੱਕ ਚਮਕਦੀ ਸਫੇਦ ਪੱਟੀ ਦਿਖਾਈ ਦਿੰਦੀ ਹੈ, ਜਿਸ ਨੂੰ ਆਕਾਸ਼ ਗੰਗਾ ਕਹਿੰਦੇ ਹਨ, ਜਿਸ ਦਾ ਇੰਗਲਿਸ਼ ਦੇ ਵਿੱਚ ਨਾਮ ਹੈ ਮਿਲਕੀ ਵੇ। ਦੇਖੋ, ਗਲੈਕਸੀ ਵਿੱਚ ਮਿਲੀਅਨਸ ਜਿਹੜੇ ਹੈਗੇ ਆ ਤਾਰੇ ਹੁੰਦੇ ਹਨ। ਸਾਡੀ ਗਲੈਕਸੀ ਦਾ ਨਾਮ ਆਕਾਸ਼ ਗੰਗਾ ਹੈ। ਇੱਕ ਗਲੈਕਸੀ ਵਿੱਚ 10 ਦੀ ਪਾਵਰ 11 ਤਾਰੇ ਹੁੰਦੇ ਹਨ ਅਤੇ ਕੁੱਲ ਗਲੈਕਸੀਆਂ ਦੀ ਸੰਖਿਆ ਦੇਖੋ 10 ਦੀ ਪਾਵਰ 11 ਹੈ। ਅਤੇ ਜੇ ਆਪਾਂ ਕਹਿ ਦਈਏ ਵੀ ਟੋਟਲ ਬ੍ਰਹਿਮੰਡ ਦੇ ਵਿੱਚ ਕਿੰਨੇ ਤਾਰੇ ਹਨ, ਅਤੇ ਆਪਾਂ ਕਹਿ ਸਕਦੇ ਹਾਂ ਇੱਕ ਇਹ ਅਨੁਮਾਨ ਹੈ ਕਿ ਪੂਰੇ ਬ੍ਰਹਿਮੰਡ ਵਿੱਚ 10 ਦੀ ਪਾਵਰ 22 ਜਿਹੜੇ ਤਾਰੇ ਉਹ ਮੌਜੂਦ ਹਨ। ਅੱਗੇ ਦੇਖੋ, ਗਲੋਬ ਇਜ਼ ਦਾ ਟਰੂ ਮਾਡਲ ਆਫ ਅਰਥ। ਇਸ ਦੀ ਜਿਹੜੀ ਸੂਈ ਹੈ ਉਹ ਉਸਨੂੰ ਦੇਖੋ ਅਕਸ਼ਾਂਸ਼ ਕਿਹਾ ਜਾਂਦਾ ਹੈ, ਅਤੇ ਦੋ ਬਿੰਦੂ ਅਤੇ ਤੋਂ ਮਤਲਬ ਕਿ ਇਹ ਲੰਘਦੀ ਹੈ, ਅਤੇ ਇਸ ਦੇ ਜਿਹੜੇ ਦੂਸਰੇ ਸਾਈਡ ਹੈ ਪੱਛਮੀ ਧਰੁਵ ਅਤੇ ਪੂਰਬੀ ਧਰੁਵ ਵੀ ਹਨ। ਉਸ ਤੋਂ ਬਾਅਦ ਜੋ ਕਲਪਿਤ ਰੇਖਾ ਧਰਤੀ ਦੇ ਦੋ ਭਾਗਾਂ ਦੇ ਵਿੱਚ ਵੰਡਦੀ ਹੈ ਉਸਨੂੰ ਭੂਮੱਧ ਰੇਖਾ ਕਿਹਾ ਜਾਂਦਾ ਹੈ। ਭੂਮੱਧ ਰੇਖਾ ਤੋਂ ਸਥਿਤ ਸਾਰੀਆਂ ਸਮਾਂਤਰ ਰੇਖਾਵਾਂ ਨੂੰ ਅਕਸ਼ਾਂਸ਼ ਕਿਹਾ ਜਾਂਦਾ ਹੈ, ਅਤੇ ਅਕਸ਼ਾਂਸ਼ਾਂ ਨੂੰ ਜਿਹੜੇ ਹੈਗਾ ਉਹ 0 ਡਿਗਰੀ ਤੋਂ ਮਾਪਿਆ ਜਾਂਦਾ ਹੈ। ਦੇਖੋ, ਭੂਮੱਧ ਰੇਖਾ ਦਾ ਜਿਹੜਾ ਅਕਸ਼ਾਂਸ਼ ਹੈ ਉਹ 0 ਡਿਗਰੀ ਹੈ। ਉਸ ਤੋਂ ਬਾਅਦ ਅੱਗੇ ਹੈ ਭੂਮੱਧ ਰੇਖਾ ਦੇ ਉੱਤਰੀ ਧਰੁਵ ਦੇ ਸਮਾਂਤਰ ਰੇਖਾਵਾਂ ਨੂੰ ਉੱਤਰੀ ਅਕਸ਼ਾਂਸ਼ ਅਤੇ ਦੱਖਣੀ ਧਰੁਵ ਦੇ ਸਮਾਂਤਰ ਰੇਖਾਵਾਂ ਨੂੰ ਦੱਖਣੀ ਅਕਸ਼ਾਂਸ਼ ਕਿਹਾ ਜਾਂਦਾ ਹੈ। ਭੂਮੱਧ ਰੇਖਾ 0 ਉੱਤਰੀ ਧਰੁਵ ਤੋਂ 90 ਡਿਗਰੀ ਅਤੇ ਦੱਖਣੀ ਧਰੁਵ ਤੋਂ 90 ਡਿਗਰੀ 'ਤੇ ਹੈ। ਅੱਗੇ ਹੈ ਜੀ ਕਰਕ ਰੇਖਾ 23.5 ਡਿਗਰੀ ਉੱਤਰ ਅਤੇ ਮੱਕਰ ਰੇਖਾ ਜਿਹੜੀ 23.5 ਡਿਗਰੀ ਦੱਖਣ ਵੱਲ ਹੈ। ਇਸ ਦਾ ਦੇਖੋ ਮੈਂ ਇੱਕ ਚਿੱਤਰ ਵੀ ਤੁਹਾਨੂੰ ਬਣਾ ਕੇ ਦਿਖਾਇਆ ਹੈ, ਇਹ ਤੁਸੀਂ ਦੇਖ ਸਕਦੇ ਹੋ ਇਹ ਚਿੱਤਰ। ਤੁਸੀਂ ਇੱਥੇ ਇਹਨੂੰ ਸਟਾਪ ਕਰਕੇ ਇਹਦਾ ਜਿਹੜਾ ਹੈਗਾ ਸਕਰੀਨਸ਼ਾਟ ਲੈ ਸਕਦੇ ਹੋ। ਅੱਗੇ ਦੇਖਦੇ ਹਾਂ ਜੀ ਆਪਾਂ ਆਰਕਟਿਕ ਸਰਕਲ ਹੈ ਜੀ, ਅਤੇ ਇੱਕ ਅੰਟਾਰਕਟਿਕਾ ਸਰਕਲ ਹੈ। ਜਿਹੜਾ ਆਰਕਟਿਕ ਸਰਕਲ ਹੈ 66 ਡਿਗਰੀ ਉੱਤਰ ਵੱਲ ਹੈ, ਅਤੇ ਅੰਟਾਰਕਟਿਕਾ ਸਰਕਲ ਹੈ ਜਿਹੜਾ ਉਹ 66 ਡਿਗਰੀ ਜਿਹੜਾ ਹੈਗਾ ਉਹ ਦੱਖਣ ਵੱਲ ਹੈ। ਅੱਗੇ ਜੀ ਦੇਖੋ, ਸਾਰੀ ਧਰਤੀ ਨੂੰ ਆਪਾਂ ਜ਼ੋਨਸ ਦੇ ਵਿੱਚ ਵੰਡਿਆ ਹੋਇਆ ਹੈ। 3 ਜ਼ੋਨਸ ਜਿਹੜੀਆਂ ਇੱਥੇ ਮੁੱਖ ਹੁੰਦੀਆਂ ਨੇ, ਇਹ ਜ਼ੋਨਸ ਹੈਗੀਆਂ। ਆਹ ਦੇਖੋ ਜੀ, ਟੋਰਿਡ ਜ਼ੋਨ ਹੈ, ਟੈਂਪਰੇਟ ਹੈ, ਅਤੇ ਫ੍ਰੀਜ਼ਡ ਜ਼ੋਨ ਹੈ। ਇਹ ਦੇਖੋ ਇਹਨਾਂ ਦਾ ਵੀ ਚਿੱਤਰ ਜਿਹੜਾ ਹੈਗਾ ਬਣਾ ਕੇ ਦਿਖਾਇਆ ਗਿਆ। ਧਰੁਵਾਂ ਵੱਲ ਦੇਖੋ ਸੂਰਜ ਦੀਆਂ ਕਿਰਨਾਂ ਜਿਹੜੀਆਂ ਤਿਰਛੀਆਂ ਪੈਂਦੀਆਂ ਹਨ, ਠੀਕ ਹੈ ਜੀ, ਤਾਂ ਉਹ ਫ੍ਰੀਜ਼ਡ ਜ਼ੋਨ 'ਚ ਆ ਜਾਂਦੀ ਹੈ। ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਜਿਹੜਾ ਧਰਤੀ ਦਾ ਭੂਮੱਧ ਰੇਖਾ ਹੈ ਉਸ 'ਤੇ ਜਿਹੜੀਆਂ ਸਿੱਧੀਆਂ ਪੈਂਦੀਆਂ ਹਨ ਅਤੇ ਉਹ ਟੋਰਿਡ ਜ਼ੋਨ ਦੇ ਵਿੱਚ ਉਹ ਆ ਜਾਂਦੀ ਹੈ। ਅੱਗੇ ਹੈ ਜੀ ਈਸਟ ਅਤੇ ਵੈਸਟ ਦੀ ਦੂਰੀ ਨੂੰ ਦੇਸ਼ਾਂਤਰ
ਦੇ ਡਿਗਰੀਆਂ ਨਾਲ ਮਾਪਿਆ ਜਾਂਦਾ ਹੈ। ਹਰੇਕ ਡਿਗਰੀ ਨੂੰ ਮਿੰਟਾਂ ਵਿੱਚ ਜਿਹੜਾ ਹੈਗਾ ਉਹ ਵੰਡਿਆ ਗਿਆ ਹੈ। ਅੱਗੇ ਹੈ ਦੇਸ਼ਾਂਤਰਾਂ ਦੇ ਵਿਚਕਾਰ ਦੀ ਦੂਰੀ ਧਰੁਵਾਂ ਵੱਲ ਜਾਣ 'ਤੇ ਘਟਦੀ ਜਾਂਦੀ ਹੈ, ਧਰੁਵਾਂ 'ਤੇ ਜ਼ੀਰੋ ਰਹਿ ਜਾਂਦੀ ਹੈ। ਅੱਗੇ ਹੈ ਕੁਐਸਚਨ ਜੀ, ਪ੍ਰਾਈਮ ਮੈਰੀਡੀਅਨ ਲਾਈਨ, ਅਤੇ ਇਹ 0 ਡਿਗਰੀ ਹੈ। ਇਸ ਦੇ ਐਗਜ਼ੈਕਟ ਉਲਟ 180 ਡਿਗਰੀ ਜੋ ਹੈ ਡਿਗਰੀ ਤੇ ਇੱਕ ਰੇਖਾ ਹੈ ਜਿਹਨੂੰ ਇੰਟਰਨੈਸ਼ਨਲ ਡੇਟ ਲਾਈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕੁਐਸਚਨ ਇਹ ਵਾਲੀ ਕਈ ਵਾਰੀ ਪੁੱਛ ਲੈਂਦੇ ਆ ਜੀ, ਧਰਤੀ ਦੱਸੋ ਜੀ ਕਿਸ ਦਿਸ਼ਾ ਤੋਂ ਕਿਸ ਦਿਸ਼ਾ ਵੱਲ ਘੁੰਮਦੀ ਹੈ। ਇਹ ਵੈਸਟ ਤੋਂ ਈਸਟ ਵੱਲ ਘੁੰਮਦੀ ਹੈ ਜੀ, ਮਤਲਬ ਕਿ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਅੱਗੇ ਹੈ ਧਰਤੀ ਦੇਖੋ ਕਿੰਨਾ ਟਾਈਮ ਲੈਂਦੀ ਹੈ, ਇਹ 24 ਘੰਟੇ ਲੈਂਦੀ ਹੈ ਆਪਣੇ ਜੋ ਧੁਰੇ 'ਤੇ ਘੁੰਮਦੀ ਹੈ। ਉਸ ਤੋਂ ਬਾਅਦ ਅੱਗੇ ਹੈ ਗੁਜਰਾਤ ਵਿੱਚ ਦਵਾਰਕਾ ਅਤੇ ਅਸਾਮ ਦੇ ਵਿੱਚ ਡਿਬਰੂਗੜ੍ਹ। ਇਹ ਮਤਲਬ ਕਿ ਜੇ ਇਹਨਾਂ ਦੋਨਾਂ ਦੇ ਵਿੱਚ ਦੇਖੋ ਸਮੇਂ ਦਾ ਜਿਹੜਾ ਹੈਗਾ ਉਹ 1 ਘੰਟਾ 45 ਮਿੰਟ ਦਾ ਅੰਤਰ ਜਿਹੜਾ ਹੈਗਾ ਮੰਨਿਆ ਜਾਂਦਾ ਹੈ। ਅਤੇ ਇੰਡੀਅਨ ਸਟੈਂਡਰਡ ਟਾਈਮ ਮਤਲਬ ਕਿ IST ਜਿਹੜੀ ਹੈਗੀ ਆ ਉਹ 82.5 ਡਿਗਰੀ ਈਸਟ 'ਤੇ ਹੈ, ਜਿਸ ਦੇ ਨਾਲ ਮਤਲਬ ਕਿ ਇੰਡੀਆ ਦਾ ਜੋ ਹੈ ਉਹ ਜੋ ਟਾਈਮ ਹੈਗਾ ਉਹ ਮੰਨਿਆ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਲੰਦਨ ਵਿੱਚ ਜਦੋਂ ਦੁਪਹਿਰ ਦੇ 2 ਵਜਦੇ ਹਨ ਅਤੇ ਭਾਰਤ ਵਿੱਚ ਸ਼ਾਮ ਦੇ 7:30 ਦਾ ਟਾਈਮ ਹੁੰਦਾ ਹੈ ਉਸ ਟਾਈਮ। ਅੱਗੇ ਆਪਾਂ ਦੇਖਦੇ ਹਾਂ ਭਾਰਤ ਦਾ ਸਮਾਂ ਜਿਹੜਾ ਗ੍ਰੀਨ ਵਿੱਚ ਦੇ ਸਮੇਂ ਤੋਂ ਜਿਹੜਾ ਹੈਗਾ 5.5 ਮਿੰਟ ਜਿਹੜਾ ਹੈਗਾ ਉਹ ਅੱਗੇ ਮੰਨਿਆ ਗਿਆ ਹੈ। ਅਗਲਾ ਕੁਐਸਚਨ ਦੇਖਦੇ ਹਾਂ ਆਪਾਂ, ਇਹਦੇ ਵਿੱਚ ਹੈ ਰੂਸ ਦੇ ਵਿੱਚ ਦੱਸਣੀਆਂ ਆਪਾਂ ਨੇ ਕਿੰਨੀਆਂ ਟਾਈਮ ਜ਼ੋਨ ਹਨ। ਜਿਵੇਂ ਇੰਡੀਆ ਦੇ ਵਿੱਚ ਦੇਖੋ ਇੱਕ ਟਾਈਮ ਜ਼ੋਨ ਹੈ, ਤੁਹਾਨੂੰ ਦੱਸਿਆ 8.5 ਡਿਗਰੀ ਦਾ ਸਟੈਂਡਰਡ ਟਾਈਮ ਜਿਹੜਾ ਹੈਗਾ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਰੂਸ ਦੇ ਵਿੱਚ 11 ਟਾਈਮ ਜ਼ੋਨ ਹਨ, ਕਿਉਂਕਿ ਦੇਸ਼ ਬਹੁਤ ਵੱਡਾ ਹੈ ਜੀ। ਅਗਲਾ ਹੈ ਧਰਤੀ ਆਪਣੇ ਧੁਰੇ ਦੇ 66.5 ਡਿਗਰੀ ਦਾ ਕੋਣ ਬਣਾਉਂਦੀ ਹੈ। ਇੱਕ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਇਹ ਬਹੁਤ ਵਾਰੀ ਪੁੱਛਿਆ ਜਾਂਦਾ ਕੁਐਸਚਨ, ਜੋ ਚੱਕਰ ਧਰਤੀ ਨੂੰ ਦਿਨ ਅਤੇ ਰਾਤ 2 ਭਾਗਾਂ ਵਿੱਚ ਵੰਡਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ। ਉਹਨੂੰ ਕਹਿੰਦੇ ਆ ਸਰਕਲ ਆਫ ਇਲੂਮੀਨੇਸ਼ਨ। ਸਰਕਲ ਆਫ ਇਲੂਮੀਨੇਸ਼ਨ ਉਹਦਾ ਨਾਮ ਹੈ। ਅਤੇ ਅਗਲਾ ਕੁਐਸਚਨ ਆਰੀਆ ਭੱਟ ਜੀ ਬਾਰੇ ਹੈ। ਆਰੀਆ ਭੱਟ ਦੇਖੋ ਇਹ ਧਰਤੀ ਬਾਰੇ ਇਹਨਾਂ ਨੇ ਦੱਸਿਆ ਸੀ ਕਿ ਧਰਤੀ ਜਿਹੜੀ ਹੈਗੀ ਆ ਗੋਲ ਹੈ ਅਤੇ ਆਪਣੇ ਧੁਰੇ ਦੁਆਲੇ ਘੁੰਮਦੀ ਹੈ। ਦੇਖੋ ਰੁੱਤਾਂ ਬਦਲਦੀਆਂ ਹਨ, ਧਰਤੀ ਸੂਰਜ ਦੁਆਲੇ ਘੁੰਮਣ ਦੇ ਕਰਕੇ ਜਿਹੜੇ ਹੈਗਾ ਉਹ ਜਿਹੜਾ ਹੈਗਾ ਉਹਨਾਂ ਨਾਲ ਇਹ ਰੁੱਤਾਂ ਬਦਲਦੀਆਂ ਹਨ। ਹੁਣ ਅਗਲਾ ਕੁਐਸਚਨ ਹੈ, ਇਹ ਵੀ ਕਾਫੀ ਵਾਰੀ ਪੁੱਛਿਆ ਜਾਂਦਾ ਹੈ, 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਜਿਹੜੀਆਂ ਸਿੱਧੀਆਂ ਕਰਕ ਰੇਖਾ 'ਤੇ ਪੈਂਦੀਆਂ ਹਨ ਤਾਂ ਇਸ ਟਾਈਮ ਗਰਮੀ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਸਭ ਤੋਂ ਵੱਡਾ ਦਿਨ ਵੀ ਇਹੀ ਮੰਨਿਆ ਜਾਂਦਾ ਹੈ। ਅੱਗੇ ਦੇਖਦੇ ਹਾਂ, ਅੱਗੇ ਹੈ ਕੁਐਸਚਨ 22 ਦਸੰਬਰ ਨੂੰ ਦੱਖਣੀ ਧਰੁਵ ਸੂਰਜ ਦੇ ਵੱਲ ਝੁਕਿਆ ਹੁੰਦਾ ਹੈ। ਇਸ ਕਾਰਨ ਮੱਕਰ ਰੇਖਾ 'ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ। ਇਸ ਕਾਰਨ ਦੱਖਣੀ ਅਰਧਗੋਲਾ 'ਚ ਲੰਬੇ ਦਿਨ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ ਅਤੇ ਗਰਮੀ ਦੀ ਰੁੱਤ ਹੁੰਦੀ ਹੈ। ਇਸ ਅਵਸਥਾ ਨੂੰ ਵਿੰਟਰ ਸੋਲਸਟਿਸ ਕਹਿੰਦੇ ਹਨ। ਅੱਗੇ ਹੈ ਆਸਟ੍ਰੇਲੀਆ ਵਿੱਚ ਗਰਮੀ ਰੁੱਤ ਵਿੱਚ ਜੋ ਹੈ ਦੇਖੋ ਫਿਰ ਕ੍ਰਿਸਮਸ ਜਿਹੜੀ ਹੈਗੀ ਆ ਉਹ ਮਨਾਈ ਜਾਂਦੀ ਹੈ। ਹੁਣ
ਵੱਡੇ ਦਿਨ ਛੋਟੇ ਦਿਨ ਦੱਸਦੇ ਹੁਣ ਕਿਹੜਾ ਇੱਦਾਂ ਦਾ ਟਾਈਮ ਹੁੰਦਾ ਜਦੋਂ ਦਿਨ ਬਰਾਬਰ ਹੁੰਦੇ ਆ, ਨਾ ਵੱਡੇ ਹੁੰਦੇ ਆ ਨਾ ਦਿਨ ਛੋਟੇ ਹੁੰਦੇ ਆ। ਉਹ ਹੈ ਜੀ 21 ਮਾਰਚ ਤੇ 23 ਸਤੰਬਰ ਦਾ ਸਮੇਂ। ਠੀਕ ਹੈ। ਤੇ 23 ਸਤੰਬਰ ਨੂੰ ਉੱਤਰੀ ਅਰਧ-ਗੋਲੇ ਦੇ ਵਿੱਚ ਦੇਖੋ ਆਟਮ ਸੀਜ਼ਨ ਕਹਿੰਦੇ ਹਨ, ਤੇ 21 ਮਾਰਚ ਦੇ ਸਮੇਂ ਨੂੰ ਉੱਤਰੀ ਅਰਧ-ਗੋਲੇ ਦੇ ਵਿੱਚ ਸਪਰਿੰਗ ਸੀਜ਼ਨ ਕਹਿੰਦੇ ਹਨ। ਅੱਗੇ ਧਰਤੀ ਦੀਆਂ ਜਿਹੜੀਆਂ ਰੋਟੇਸ਼ਨ ਕਾਰਨ ਦਿਨ ਅਤੇ ਰਾਤ ਬਣਦੇ ਹਨ ਅਤੇ ਰੈਵੋਲੂਸ਼ਨ ਕਰਕੇ ਰੁੱਤਾਂ ਬਦਲਦੀਆਂ ਹਨ। ਅੱਗੇ ਆਪਾਂ ਕੁਐਸਚਨ ਕਰਦੇ ਹਾਂ ਨਕਸ਼ਿਆਂ ਬਾਰੇ। ਨਕਸ਼ੇ ਦੇਖੋ ਜਿਹੜੇ ਮੇਨਲੀ 3 ਤਰ੍ਹਾਂ ਦੇ ਜਿਹੜੇ ਨਕਸ਼ੇ ਉਹ ਹੁੰਦੇ ਹਨ, ਜਿਹਦੇ 'ਚ ਇੱਕ ਤਾਂ ਫਿਜ਼ੀਕਲ ਮੈਪ ਹੁੰਦੇ ਹਨ ਜਿਸ ਵਿੱਚ ਪਰਬਤ, ਪਠਾਰ, ਮੈਦਾਨ, ਨਦੀਆਂ, ਮਹਾਸਾਗਰ ਆਦਿ ਦਿਖਾਏ ਜਾਂਦੇ ਹਨ। ਪੋਲੀਟੀਕਲ ਨਕਸ਼ੇ ਹੁੰਦੇ ਨੇ ਜਿਸ ਵਿੱਚ ਕਸਬੇ, ਪਿੰਡ, ਸ਼ਹਿਰ, ਦੇਸ਼ਾਂ ਦੀਆਂ ਹੱਦਾਂ ਦਿਖਾਈਆਂ ਜਾਂਦੀਆਂ ਹਨ। ਅਤੇ ਅੱਗੇ ਹੈਗਾ ਥੀਮੈਟਿਕ ਮੈਪ, ਜੋ ਨਕਸ਼ੇ ਕਿਸੇ ਵਿਸ਼ੇਸ਼ ਜਾਣਕਾਰੀ ਲਈ ਹੁੰਦੇ ਹਨ, ਜਿਵੇਂ ਕਿ ਰੋਡ ਮੈਪ, ਰੇਨਫਾਲ ਦਾ ਮੈਪ ਹੋ ਗਿਆ, ਡਿਸਟਰੀਬਿਊਸ਼ਨ ਆਫ ਫੋਰੈਸਟ ਹੋ ਗਈ ਜਾਂ ਡਿਸਟਰੀਬਿਊਸ਼ਨ ਆਫ ਪਾਪੂਲੇਸ਼ਨ ਹੋ ਗਈ। ਦੇਖੋ ਇਹਨਾਂ ਦੇ ਵਿੱਚ ਜਿਹੜੀ 3 ਜਾਣਕਾਰੀਆਂ ਜਿਹੜੀਆਂ ਉਹ ਮਹੱਤਵਪੂਰਨ ਹੁੰਦੀਆਂ ਹਨ, ਦੂਰੀ, ਦਿਸ਼ਾ ਅਤੇ ਪ੍ਰਤੀਕ। ਇਹਨਾਂ ਦੇ ਨਾਲ ਹੀ ਆਪਾਂ ਜਿਹੜੇ ਹੈਗੇ ਆ ਉਹ ਨਕਸ਼ੇ ਜਿਹੜੇ ਹੈਗੇ ਆ ਉਹ ਪੜ੍ਹ ਸਕਦੇ ਹਾਂ। ਅੱਗੇ ਹੈ ਧਰਤੀ ਦਾ ਠੋਸ ਭਾਗ ਜਿਸ 'ਤੇ ਅਸੀਂ ਰਹਿੰਦੇ ਹਾਂ ਉਸ ਨੂੰ ਭੂਮੰਡਲ ਜਾਂ ਲਿਥੋਸਫੇਅਰ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਅੱਗੇ ਹੈ ਗੈਸੀ ਪਰਤਾਂ ਜੋ ਧਰਤੀ ਨੂੰ ਚਾਰੇ ਪਾਸੇ ਤੋਂ ਘੇਰੇ ਰੱਖਦੀਆਂ ਹਨ, ਇਸ ਨੂੰ ਆਪਾਂ ਵਾਯੂਮੰਡਲ ਅਰਥਾਤ ਐਟਮੋਸਫੇਅਰ ਕਹਿੰਦੇ ਹਾਂ। ਅਤੇ ਧਰਤੀ ਦਾ ਉਹ ਭਾਗ ਜਿੱਥੇ ਬਹੁਤ ਸਾਰਾ ਜਲ ਮਿਲਦਾ ਹੈ ਜਿਸ ਨੂੰ ਜਲ ਮੰਡਲ ਕਹਿੰਦੇ ਹਨ, ਹਾਈਡਰੋਸਫੀਅਰ ਦਾ ਨਾਮ ਹੈ ਜੀ। ਅੱਗੇ ਦੇਖੋ ਸਮੁੰਦਰੀ ਪਾਣੀ ਦਾ ਸਤਰ ਜਾਂ ਲੈਵਲ ਸਾਰੀਆਂ ਥਾਵਾਂ 'ਤੇ ਦੇਖੋ ਇੱਕੋ ਜਿਹਾ ਹੁੰਦਾ ਹੈ। ਕਿਸੇ ਵੀ ਥਾਂ ਦੀ ਉਚਾਈ ਨੂੰ ਆਪਾਂ ਤਾਂ ਹੀ ਜਿਹੜਾ ਹੈਗਾ ਸਮੁੰਦਰੀ ਤਲ ਤੋਂ ਮਾਪਦੇ ਹਾਂ। ਵਿਸ਼ਵ ਦਾ ਸਭ ਤੋਂ ਉੱਚਾ ਜੋ ਸਿਖਰ ਹੈ ਉਸਨੂੰ ਮਾਊਂਟ ਐਵਰੈਸਟ ਕਹਿੰਦੇ ਹਨ। ਇਸ ਦੀ ਜਿਹੜੀ ਸਮੁੰਦਰੀ ਤਲ ਤੋਂ ਉਚਾਈ 8848 ਮੀਟਰ ਜੋ ਹੈ ਉਹ ਹੈ। ਵਿਸ਼ਵ ਦੀ ਜੋ ਸਭ ਤੋਂ ਡੂੰਘੀ ਖਾਈ ਹੈ ਉਹ ਮਰਿਆਨਾ ਟ੍ਰੈਂਚ ਹੈ, ਜੋ ਕਿ ਪ੍ਰਸ਼ਾਂਤ ਮਹਾਸਾਗਰ ਵਿੱਚ ਹੈ, ਜਿਸ ਦੀ ਗਹਿਰਾਈ ਜਿਹੜੀ ਹੈਗੀ ਹੈ 11022 ਮੀਟਰ ਹੈ। ਉਸ ਤੋਂ ਬਾਅਦ ਹੈ ਨਿਊਜ਼ੀਲੈਂਡ ਦੇ ਐਡਮੰਡ ਹਿਲਰੀ ਅਤੇ ਭਾਰਤ ਦੇ ਤੇਨਜਿੰਗ ਨੋਰਵੇ 29 ਮਈ 1953 ਨੂੰ ਮਾਊਂਟ ਐਵਰੈਸਟ 'ਤੇ ਜਾਣ ਵਾਲੇ ਪਹਿਲੇ ਵਿਅਕਤੀ ਸਨ। ਇਸੇ ਤਰ੍ਹਾਂ ਜਾਪਾਨ ਦੀ ਯੂਕੋ ਤਾਇਬੇ ਵਿਸ਼ਵ ਦੀ ਪਹਿਲੀ ਮਹਿਲਾ ਸੀ ਜੋ ਮਾਊਂਟ ਐਵਰੈਸਟ 'ਤੇ ਗਈ ਸਨ 16 ਮਈ 1975 ਈਸਵੀ ਵਿੱਚ। ਇਸੇ ਤਰ੍ਹਾਂ ਬਚੇਂਦਰੀ ਪਾਲ ਜੀ ਹਨ ਜੋ ਭਾਰਤ ਦੀ ਪਹਿਲੀ ਮਹਿਲਾ ਸਨ ਜੋ ਮਾਊਂਟ ਐਵਰੈਸਟ 'ਤੇ ਗਏ ਸਨ 23 ਮਈ 1984 ਦੇ ਵਿੱਚ। ਦੇਖੋ ਧਰਤੀ 'ਤੇ ਜਿਹੜੇ 7 ਮਹਾਂਦੀਪ ਨੇ ਇਹਨਾਂ ਦਾ ਨਾਮ ਤੁਹਾਨੂੰ ਪਤਾ ਹੀ ਹੋਏਗਾ। ਦੇਖੋ ਏਸ਼ੀਆ, ਯੂਰਪ, ਅਫਰੀਕਾ, ਨਾਰਥ ਅਮਰੀਕਾ ਅਤੇ ਦੱਖਣੀ ਅਮਰੀਕਾ। ਠੀਕ ਹੈ ਜੀ। ਇਹਨਾਂ ਬਾਰੇ ਆ ਦੇਖੋ ਜਾਣਕਾਰੀ ਦਿੱਤੀ ਹੈ। ਜੇ ਤੁਸੀਂ ਇਹਨਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਇੱਥੋਂ ਸਾਰੇ ਮਹਾਂਦੀਪਾਂ ਦੀ ਜਾਣਕਾਰੀ ਇਹਦੇ ਵਿੱਚ ਆ ਦੇਖੋ ਕੁਐਸਚਨ ਨੰਬਰ 95 ਤੋਂ ਲੈ ਕੇ
ਕੁਐਸਚਨ ਨੰਬਰ 101 ਤੱਕ। ਇਹ 7 ਮਹਾਂਦੀਪਾਂ ਦੀ ਜਿਹੜੀ ਜਾਣਕਾਰੀ ਹੈ ਇੱਥੇ ਦਿੱਤੀ ਗਈ ਹੈ। ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਜਾਂ ਇਹਨੂੰ ਸਟਾਪ ਕਰਕੇ ਇੱਥੋਂ ਉਹਨਾਂ ਦੀ ਜਿਹੜੀ ਹੈਗੀ ਆ ਜਾਣਕਾਰੀ ਇਹਦੇ ਬਾਰੇ ਲੈ ਸਕਦੇ ਹੋ। ਦੇਖੋ, ਧਰਤੀ ਨੂੰ ਨੀਲਾ ਗ੍ਰਹਿ ਕਿਹਾ ਜਾਂਦਾ ਹੈ। 71% ਪਾਣੀ, 29% ਭਾਗ ਦੇ ਥਲ ਭਾਗ ਹੈ। ਮਹਾਂਸਾਗਰਾਂ ਦਾ ਪਾਣੀ 97% ਹੈ ਅਤੇ ਖਾਰਾ ਹੈ। ਪਾਣੀ ਜਿਹੜਾ ਇਹ ਕੁਝ ਪਾਣੀ ਜਿਹੜਾ ਹੈਗਾ ਸਾਨੂੰ ਗਲੇਸ਼ੀਅਰਾਂ ਦੇ ਰੂਪ ਵਿੱਚ ਮਿਲਦਾ ਹੈ ਅਤੇ ਇਸ ਤੋਂ ਬਾਅਦ ਅੱਗੇ ਹੈਗੇ ਜਿਹੜੇ ਹੁਣ ਮਹਾਂਸਾਗਰਾਂ ਦੀ ਗੱਲ ਹੋ ਰਹੀ ਹੈ ਅਤੇ ਜਿਹੜੇ ਮਹਾਂਸਾਗਰਾਂ ਦੀਆਂ 3 ਗਤੀਆਂ ਮੰਨੀਆਂ ਜਾਂਦੀਆਂ ਹਨ। ਇੱਕ ਤਾਂ ਤਰੰਗਾਂ ਅਤੇ ਜਵਾਰ ਭਾਟਾ ਅਤੇ ਮਹਾਂਸਾਗਰੀ ਜਿਹੜੀਆਂ ਧਾਰਾਵਾਂ, ਇਹਨਾਂ ਦੀਆਂ ਜਿਹੜੀਆਂ ਹੈਗੀਆਂ ਮਹਾਂਸਾਗਰ ਜਿਹੜੇ ਹੈਗੇ ਉਹਨਾਂ ਦੇ ਪਾਣੀ ਦੀਆਂ ਜਿਹੜੀਆਂ ਗਤੀਆਂ ਇਹ 3 ਤਰ੍ਹਾਂ ਦੀਆਂ ਹੁੰਦੀਆਂ ਹਨ। ਅਤੇ ਮਹਾਂਸਾਗਰਾਂ ਦੀ ਗੱਲ ਹੀ ਚੱਲ ਰਹੀ ਹੈ ਅਤੇ ਮਹਾਂਸਾਗਰਾਂ ਜਿਹੜੇ ਹੈਗੇ ਨੇ ਆਪਣੇ ਕਿਹੜੇ ਨੇ? ਦੇਖੋ ਜੀ, ਪ੍ਰਸ਼ਾਂਤ ਮਹਾਂਸਾਗਰ ਹੈ, ਹਿੰਦ ਮਹਾਂਸਾਗਰ ਹੈ, ਹਿੰਦ ਮਹਾਂਸਾਗਰ ਹੈ ਅਤੇ ਆਰਟਿਕ ਮਹਾਂਸਾਗਰ ਹੈਗਾ। ਇਹ ਅੱਗੇ ਹੈ ਮਹਾਂਸਾਗਰਾਂ ਬਾਰੇ ਵੀ ਇਹਨਾਂ ਦੀ ਫਿਰ ਅੱਗੇ ਸ਼ੇਪ ਕਿੱਦਾਂ ਦੀ ਹੈ ਅਤੇ ਇਹ ਕਿਸ ਲੋਕੇਸ਼ਨ ਦੇ ਵਿੱਚ ਮਿਲਦੇ ਹਨ। ਜਿਵੇਂ ਦੇਖੋ, ਹਿੰਦ ਮਹਾਂਸਾਗਰ ਬਾਰੇ ਦੱਸਿਆ ਹੈ ਟ੍ਰਾਇੰਗਲ ਤਰ੍ਹਾਂ ਦਾ ਹੈ ਜੀ। ਪ੍ਰਸ਼ਾਂਤ ਮਹਾਂਸਾਗਰ ਇਹ ਸਰਕੂਲਰ ਸ਼ੇਪ ਦਾ ਹੈ। ਠੀਕ ਹੈ ਜੀ। ਇਹ ਦੇਖੋ, ਇਹਨਾਂ ਦੀ ਜਾਣਕਾਰੀ ਜਿਹੜੀ ਹੈ ਦਿੱਤੀ ਹੈ। ਇਸ ਤਰ੍ਹਾਂ ਇਹ ਪ੍ਰਸ਼ਾਂਤ ਮਹਾਂਸਾਗਰ ਨਾਲ ਜੋੜਿਆ ਹੈ ਅਤੇ ਬੈਰਿੰਗ ਸਟੇਟ ਦੁਆਰਾ ਜੋੜਿਆ ਗਿਆ ਹੈ ਇਸਨੂੰ। ਇਹ ਹੈਗਾ ਆਰਕਟਿਕ ਮਹਾਂਸਾਗਰ। ਅੱਛਾ, ਅਤੇ ਅੱਗੇ ਹੈ ਵਾਯੂਮੰਡਲ ਦੀ ਜਿਹੜੀ ਆਪਾਂ ਗੱਲ ਕੀਤੀ ਸੀ। ਇਹ 1600 ਕਿਲੋਮੀਟਰ ਉਚਾਈ ਤੱਕ ਦੇਖੋ ਫੈਲਿਆ ਹੋਇਆ ਹੈ। ਇਹਦੇ ਵਿੱਚ ਜਿਹੜੀਆਂ ਪਰਤਾਂ ਹਨ, ਵਾਯੂਮੰਡਲ ਦੀਆਂ ਪਰਤਾਂ, ਬਹੁਤ ਵਾਰੀ ਇਹ ਕੁਐਸਚਨ ਆਉਂਦਾ ਹੈ। ਤਾਂ ਇਹ ਕੁਐਸਚਨ ਦੀਆਂ ਜਿਹੜੀਆਂ ਦੇਖੋ ਇਸ 'ਚ ਆਪਾਂ ਕਿਹੜੀਆਂ ਪਰਤਾਂ ਹਨ। ਅਸ਼ਾਂਤ ਮੰਡਲ ਹੈ, ਸਮਤਾਪ ਮੰਡਲ ਹੈ, ਮਧੋ ਮੰਡਲ ਹੈ ਅਤੇ ਤਾਪ ਮੰਡਲ ਹੈ ਅਤੇ ਬਾਰੀ ਮੰਡਲ ਹੈ। ਅੱਗੇ ਫਿਰ ਜਿਹੜੀ ਹਵਾ ਦੇਖੋ ਹੈਗੀ ਹੈ ਮਿਕਸਚਰ ਆਫ ਗੈਸਿਸ, ਅਤੇ ਉਹ ਪੁੱਛ ਲੈਂਦੇ ਆ ਕਿੰਨੇ % ਕਿਹੜੀ ਗੈਸ ਹੈ, ਕਿਹੜੀ ਹੈ। ਦੇਖੋ 78% ਆਕਸੀਜਨ ਹੈ ਅਤੇ ਸੋਰੀ ਇਹਦੇ 'ਚ 78% ਤਾਂ ਨਾਈਟ੍ਰੋਜਨ ਹਨ ਅਤੇ ਆਕਸੀਜਨ 21% ਹੈ। ਕਾਰਬਨ ਡਾਈਆਕਸਾਈਡ 0.03% ਜਿਹੜੀ ਹੈਗੀ ਹੈ ਗੈਸ ਹੈ। 1% ਹੋਰ ਗੈਸਾਂ ਜਿਹੜੀਆਂ ਹਨ ਇਸ ਦੇ ਵਿੱਚ ਹਨ। ਅੱਗੇ ਹੈ ਸਮੁੰਦਰੀ ਸਤ੍ਹਾ ਅਤੇ ਘਣਤਾ ਦੇਖੋ ਸਭ ਤੋਂ ਜ਼ਿਆਦਾ ਹੁੰਦੀ ਹੈ ਜਦੋਂ ਅਸੀਂ ਉੱਪਰ ਜਾਂਦੇ ਹਾਂ ਤਾਂ ਇਹ ਘਣਤਾ ਜਿਹੜੀ ਹੈਗੀ ਹੈ ਇਹ ਤੇਜ਼ੀ ਨਾਲ ਘਟਦੀ ਜਾਂਦੀ ਹੈ। ਮਤਲਬ ਕਿ ਘਣਤਾ ਇਹ ਹੈਗੀ ਆ ਹਵਾ ਦੀ ਹੈ ਜੀ। ਦੇਖੋ, ਹਵਾ ਦਾ ਦਬਾਅ ਜਿਹੜਾ ਹੈਗਾ ਜੀ ਉਹ ਮਤਲਬ ਕੀ ਹੈਗਾ, ਉਹ ਹਰ ਸਥਾਨ 'ਤੇ ਅਲੱਗ-ਅਲੱਗ ਹੁੰਦਾ। ਜਿਵੇਂ ਤੁਹਾਨੂੰ ਦੱਸਿਆ ਵੀ ਸਮੁੰਦਰਾਂ 'ਤੇ ਜਾਣੀ ਕਿ ਧਰਤੀ 'ਤੇ ਇੱਥੇ ਜ਼ਿਆਦਾ ਹੈ, ਫਿਰ ਜਿਉਂ ਉੱਪਰ ਜਾਂਦੇ ਹਾਂ ਅਤੇ ਘਟਦਾ ਜਾਂਦਾ ਹੈ। ਜੀਵ ਮੰਡਲ ਸਥਲ, ਜਲ ਅਤੇ ਹਵਾ ਦੇ ਵਿੱਚ ਦਾ ਇੱਕ ਸੀਮਿਤ ਭਾਗ ਹੈ ਜਿਸ ਨੂੰ ਬਾਇਓਸਫੀਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅੱਗੇ ਸੁਨਾਮੀ ਦੇ ਕਾਰਨ ਦੇਖੋ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਕੁਛ ਭਾਗ ਜੋ ਹੈ ਡੁੱਬ ਗਏ ਸਨ। ਕਾਰਬਨ ਡਾਈਆਕਸਾਈਡ ਵਧਣ ਦੇ ਨਾਲ ਦੇਖੋ ਕੀ ਹੁੰਦਾ ਜੀ, ਧਰਤੀ 'ਤੇ ਦੇਖੋ ਗਰਮੀ ਜਿਹੜੀ ਹੈਗੀ ਆ ਉਹ ਵੱਧ ਜਾਂਦੀ ਹੈ, ਜਿਸ ਨੂੰ ਗਲੋਬਲ ਵਾਰਮਿੰਗ ਵੀ ਕਿਹਾ ਜਾਂਦਾ ਹੈ। ਅੱਗੇ ਹੈ ਪਹਾੜੀ ਭਾਗ 600 ਮੀਟਰ ਤੋਂ
ਦੇ ਲਗਭਗ ਜੋ ਇਹਨਾਂ ਦੀ ਉਚਾਈ ਜੋ ਹੈ ਉਹ ਸ਼ੁਰੂ ਹੁੰਦੀ ਹੈ। ਅੱਗੇ ਹੈ ਧਰਤੀ ਦੇ ਅੰਦਰੂਨੀ ਹਲਚਲਾਂ ਦੇ ਕਾਰਨ ਬਹੁਤ ਥਾਵਾਂ 'ਤੇ ਧਰਤੀ ਦੀ ਸਤ੍ਹਾ ਕਿਤੋਂ ਉੱਪਰ ਕਿਤੇ ਨੀਚੇ ਹੋ ਜਾਂਦੀ ਹੈ ਅਤੇ ਧਰਤੀ ਦੀ ਸਤ੍ਹਾ ਦੇ ਟੁੱਟ ਕੇ ਜਿਹੜਾ ਹੈਗਾ ਧੱਸ ਜਾਣ ਨੂੰ ਧਰਤੀ ਉਸਨੂੰ ਆਪਾਦਾਨ ਜਾਂ ਖੁਰਣ ਕਿਹਾ ਜਾਂਦਾ ਹੈ। ਆਪਾਦਾਨ ਦੇ ਕਾਰਨ ਦੇਖੋ ਜੀ ਧਰਤੀ ਜਿਹੜੀ ਹੈਗੀ ਨੀਵੀਂ ਹੁੰਦੀ ਹੈ। ਇਹ ਜਿਹੜੀ ਕਿਰਿਆ ਹੈਗੀ ਆ ਉਹ ਵਹਿੰਦੇ ਪਾਣੀ, ਹਵਾ ਅਤੇ ਬਰਫ਼ ਦੁਆਰਾ ਕੀਤੀ ਜਾਂਦੀ ਹੈ। ਮਤਲਬ ਕਿ ਇਹਨਾਂ ਰਾਹੀਂ ਜਿਹੜੀ ਧਰਤੀ ਦਾ ਆਪਾਦਾਨ ਜਿਹੜਾ ਹੈਗਾ ਉਹ ਹੁੰਦਾ ਹੈਗਾ। ਪਰਬਤ ਧਰਤੀ ਦੀ ਸਤ੍ਹਾ ਦੀ ਕੁਦਰਤੀ ਉਚਾਈ ਹੈ। ਪਰਬਤਾਂ ਦਾ ਸਿਖਰ ਛੋਟਾ ਅਤੇ ਸਤ੍ਹਾ ਤੋਂ ਚੌੜਾ ਹੁੰਦਾ ਹੈ। ਇਹ ਆਲੇ ਦੁਆਲੇ ਦੇ ਖੇਤਰ ਬਹੁਤ ਉੱਚਾ ਉੱਠਿਆ ਹੁੰਦਾ ਹੈ। ਇਹਨਾਂ ਦਾ ਮਤਲਬ ਕਿ ਜਿਹੜੇ ਪਰਬਤ ਹੈ, ਪਰਬਤਾਂ ਦੀ ਇਹ ਇੱਕ ਤਰ੍ਹਾਂ ਦੀ ਡੈਫੀਨੇਸ਼ਨ ਹੈ। ਜਦੋਂ ਜਦੋਂ ਆਪਾਂ ਉੱਪਰ ਜਾਂਦੇ ਹਾਂ ਹਵਾ ਜਿਹੜੀ ਦੇਖੋ ਠੰਡੀ ਹੁੰਦੀ ਜਾਂਦੀ ਹੈ। ਪਹਾੜਾਂ 'ਤੇ ਪਹਾੜਾਂ 'ਤੇ ਜੋ ਬਰਫ਼ ਦੀ ਨਦੀਆਂ ਹੁੰਦੀਆਂ ਹਨ ਉਹਨਾਂ ਨੂੰ ਆਪਾਂ ਗਲੇਸ਼ੀਅਰ ਕਹਿੰਦੇ ਹਾਂ। ਹਿਮਾਲਿਆ ਏਸ਼ੀਆ ਦੀ ਅਤੇ ਐਲਪਸ ਯੂਰਪ ਦੀ ਅਤੇ ਐਂਡੀਜ਼ ਜਿਹੜੀ ਹੈਗੀ ਹੈ ਦੱਖਣੀ ਅਫਰੀਕਾ ਦੀਆਂ ਪਰਬਤ ਸ਼੍ਰੇਣੀਆਂ ਹਨ। ਪ੍ਰਸ਼ਾਂਤ ਮਹਾਸਾਗਰ 'ਚ ਮੋਨਾ ਕੀਆ ਹਵਾਈ ਦੀਪ ਹੈ। ਇਸ ਦੀ ਜਿਹੜੀ ਹੈਗੀ ਹੈ ਉਚਾਈ ਹੈਗੀ ਹੈ 205 ਮੀਟਰ ਹੈਗੀ ਹੈ ਜੀ। ਦੇਖੋ ਪਰਬਤਾਂ ਦੀਆਂ ਅੱਗੇ ਫਿਰ ਕਿਸਮਾਂ ਦੱਸੀਆਂ। ਦੇਖੋ ਵੱਲਣ ਪਰਬਤ ਹਨ ਅਤੇ ਇਹਨਾਂ ਦੇ ਵਿੱਚ ਵੱਲਣ ਪਰਬਤ ਦੇ ਵਿੱਚ ਐਗਜ਼ੈਂਪਲ ਦਿੱਤੀ ਹੈ ਇਹਨਾਂ ਨੇ ਐਲਪਸ ਵੱਲਣ ਪਰਬਤ ਦੀ। ਅੱਗੇ ਹੈ ਅਰਾਵਲੀ ਸਭ ਤੋਂ ਪੁਰਾਣਾ ਵੱਲਣ ਪਰਬਤ ਹੈ। ਅੱਗੇ ਹੈਗੀ ਜੀ ਬਲੌਕ ਪਰਬਤ। ਜਦੋਂ ਬਹੁਤ ਵੱਡਾ ਭਾਗ ਟੁੱਟ ਜਾਂਦਾ ਹੈ ਅਤੇ ਆਪਣੇ ਨਿਸ਼ਚਿਤ ਸਥਾਨ ਤੋਂ ਪਰੇ ਹੋ ਜਾਂਦਾ ਹੈ, ਇਹਨਾਂ ਨੂੰ ਬਲੌਕ ਪਰਬਤ ਕਹਿੰਦੇ ਹਨ। ਅਤੇ ਇਹ ਐਗਜ਼ੈਂਪਲਸ ਦਿੱਤੀਆਂ ਹੋਈਆਂ ਨੇ ਇਹਨਾਂ ਨੇ। ਇਹ ਹੈ ਯੂਰਪ ਦੇ ਰਾਈਨ ਘਾਟੀ ਅਤੇ ਵਾਸਟੇਜ ਪਰਬਤ ਜੋ ਹੈਗੇ ਨੇ ਉਹ ਹੈਗੇ ਆ ਬਲੌਕ ਪਰਬਤ ਦੇ ਵਿੱਚ ਆਉਂਦੇ ਹਨ। ਇਸ ਤੋਂ ਬਾਅਦ ਅਗਲਾ ਹੈ ਜਵਾਲਾਮੁਖੀ ਪਰਬਤ। ਅਤੇ ਦੇਖੋ ਜਵਾਲਾਮੁਖੀ ਕਿਰਿਆਵਾਂ ਦੇ ਨਾਲ ਜਿਹੜੇ ਪਰਬਤ ਬਣਦੇ ਹਨ ਉਹਨਾਂ ਨੂੰ ਜਵਾਲਾਮੁਖੀ ਪਰਬਤ ਕਹਿੰਦੇ ਨੇ। ਅਤੇ ਇਹਦੇ ਵਿੱਚ ਜਿਹੜਾ ਅਫਰੀਕਾ ਦਾ ਕਿਲਮੰਜਾਰੋ ਅਤੇ ਜਾਪਾਨ ਦਾ ਫੂਜੀਆਮਾ ਜਿਹੜਾ ਜਵਾਲਾਮੁਖੀ ਪਰਬਤ ਇਹਨਾਂ ਦੀਆਂ ਇੱਕ ਉਦਾਹਰਨਾਂ ਹਨ। ਅਤੇ ਦੇਖੋ ਗਲੇਸ਼ੀਅਰਾਂ ਤੋਂ ਬਹੁਤ ਸਾਰੀਆਂ ਨਦੀਆਂ ਵਹਿੰਦੀਆਂ ਹਨ। ਅੱਗੇ ਦੇਖੋ ਜਿਵੇਂ ਪਰਬਤਾਂ ਦੀ ਗੱਲ ਕੀਤੀ ਆ, ਪਠਾਰਾਂ ਦੇ ਆਪਾਂ ਗੱਲ ਕਰਦੇ ਹਾਂ। ਪਠਾਰਾਂ ਦੀ ਦੇਖੋ ਜਿਹੜੀ ਉਚਾਈ ਹੈਗੀ ਹੈ ਜੀ ਇਹ ਮੰਨੀ ਜਾਂਦੀ ਹੈ ਸਮੁੰਦਰੀ ਤਲ ਤੋਂ 100 ਮੀਟਰ ਤੋਂ ਲੈ ਕੇ 1000 ਮੀਟਰ ਤੱਕ ਦੇ ਇਹ ਜਿਹੜੀ ਉਚਾਈ ਹੈ ਇਹ ਹੈਗੀ ਹੈ ਉਹ ਇਹ ਮੰਨੀ ਜਾਂਦੀ ਹੈ ਪਠਾਰਾਂ ਦੀ। ਤਿੱਬਤ ਦਾ ਪਠਾਰ ਦੇਖੋ ਸਭ ਤੋਂ ਉੱਚਾ ਹੈ ਜੀ।
ਅਤੇ ਪਠਾਰਾਂ ਵਿੱਚ ਸਾਨੂੰ ਬਹੁਤ ਤਰ੍ਹਾਂ ਦੇ ਖਣਿਜ ਪਦਾਰਥ ਮਿਲਦੇ ਹਨ। ਅਤੇ ਅਫਰੀਕਾ ਦੇ ਪਠਾਰ ਦੇ ਵਿੱਚ ਸੋਨੇ ਦੀਆਂ ਖਾਣਾਂ ਅਤੇ ਹੀਰੇ ਦੀਆਂ ਖਾਣਾਂ। ਹਾਂਜੀ, ਛੋਟਾ ਨਾਗਪੁਰ ਪਠਾਰ ਦੇ ਵਿੱਚ ਆਪਾਂ ਨੂੰ ਇੱਥੇ ਜੋ ਹੈਗਾ ਲੋਹੇ ਅਤੇ ਕੋਲੇ ਅਤੇ ਮੈਗਨੀਜ਼ ਦੇ ਭੰਡਾਰ ਜੋ ਹੈਗੇ ਆ ਉਹ ਮਿਲਦੇ ਹਨ ਜੀ ਆਪਾਂ ਨੂੰ। ਅੱਗੇ ਹੈ ਜੀ ਮੈਦਾਨਾਂ ਬਾਰੇ। ਮੈਦਾਨ ਜਿਹੜੇ ਹੈਗੇ ਸਮਤਲ ਭੂਮੀ ਦੇ ਵੱਡੇ ਵੱਡੇ ਭਾਗ ਹੁੰਦੇ ਹਨ। ਸਮੁੰਦਰੀ ਤਲ ਤੋਂ ਇਹਨਾਂ ਦੀ ਜਿਹੜੀ ਹੈਗੀ ਹੈ ਉਚਾਈ ਜਿਹੜੀ 200 ਮੀਟਰ ਤੋਂ ਜ਼ਿਆਦਾ ਉੱਚੀ ਨਹੀਂ ਹੁੰਦੀ। ਉਸ ਤੋਂ ਬਾਅਦ ਇਹ ਨਦੀਆਂ ਦੁਆਰਾ ਦੇਖੋ ਬਣਾਏ ਜਾਂਦੇ ਹਨ। ਭਾਰਤ ਵਿੱਚ ਦੇਖੋ ਗੰਗਾ ਅਤੇ ਬ੍ਰਹਮਪੁੱਤਰ ਦਾ ਮੈਦਾਨ ਅਤੇ ਚੀਨ ਦਾ ਯੰਗਸੀ ਮੈਦਾਨ ਬੜੇ ਮਸ਼ਹੂਰ ਹਨ। ਭਾਰਤ ਵਿੱਚ ਜਿਹੜਾ ਗੰਗਾ ਦਾ ਮੈਦਾਨ ਹੈ ਇਹਦੇ ਵਿੱਚ ਜਨਸੰਖਿਆ ਘਣਤਾ ਸਭ ਤੋਂ ਵੱਧ ਪਾਈ ਜਾਂਦੀ ਹੈ। ਹੁਣ ਅੱਗੇ ਆਪਾਂ ਦੇਖਦੇ ਹਾਂ ਪ੍ਰਾਇਦੀਪੀ ਧਰਤੀ ਦਾ ਉਹ ਭਾਗ ਜੋ 3 ਪਾਸਿਓਂ ਸਮੁੰਦਰ ਨਾਲ ਘਿਰਿਆ ਹੁੰਦਾ ਉਸਨੂੰ ਪ੍ਰਾਇਦੀਪ ਬੋਲਦੇ ਹਾਂ। ਭਾਰਤ ਦਾ ਖੇਤਰਫਲ ਦੇਖੋ ਇਹ ਹੈਗਾ 32.8 ਵਰਗ ਕਿਲੋਮੀਟਰ। ਉਸ ਤੋਂ ਬਾਅਦ ਹੈਗਾ ਅੱਗੇ ਹੈਗਾ ਉੱਤਰ ਵਿੱਚ ਕਸ਼ਮੀਰ ਤੋਂ ਲੈ ਕੇ ਦੱਖਣ ਵੱਲ ਕੰਨਿਆ ਕੁਮਾਰੀ ਤੱਕ ਜੋ ਮਤਲਬ ਕਿ ਵਿਸਤਾਰ ਇਹਦਾ ਦੱਸਿਆ ਹੈ 3200 ਕਿਲੋਮੀਟਰ ਹੈ। ਉਸ ਤੋਂ ਬਾਅਦ ਅੱਗੇ ਹੈਗਾ ਪੂਰਬ ਵਿੱਚ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਪੱਛਮ ਵਿੱਚ ਕੱਛ ਤੱਕ ਦੀ ਜਿਹੜੀ ਇਸਦਾ ਜਿਹੜਾ ਵਿਸਤਾਰ ਹੈ ਭਾਰਤ ਦਾ ਉਹ ਹੈਗਾ 2900 ਕਿਲੋਮੀਟਰ। ਅਤੇ 2011 ਤੋਂ ਬਾਅਦ ਭਾਰਤ ਦੇ ਹੁਣ ਤੱਕ ਆਬਾਦੀ ਜਿਹੜੀ ਹੈਗੀ ਆ 120 ਕਰੋੜ ਤੋਂ ਅਧਿਕ ਹੈ। ਚੀਨ ਤੋਂ ਬਾਅਦ ਭਾਰਤ ਦਾ ਨਾਮ ਆਉਂਦਾ ਹੈ ਆਬਾਦੀ ਦੇ ਵਿੱਚ। ਭਾਰਤ ਦੀ ਜਿਹੜੀ ਹੈਗੀ ਹੈ ਸਥਿਤੀ ਉੱਤਰੀ ਅਰਧਗੋਲੇ ਦੇ ਵਿੱਚ ਹੈਗੀ ਹੈ। ਕਰਕ ਰੇਖਾ ਦਾ ਤੁਹਾਨੂੰ ਦੱਸਿਆ 23.5 ਡਿਗਰੀ ਅਕਸ਼ਾਂਸ਼ ਤੋਂ ਲੰਘਦੀ ਹੈ ਜੋ ਮਤਲਬ ਕਿ ਭਾਰਤ ਦੇ ਵਿੱਚੋਂ ਵਿਚਕਾਰ ਦੀ ਬਿਲਕੁਲ ਸੈਂਟਰ ਦੀ ਲੰਘਦੀ ਹੈ। ਉਸ ਤੋਂ ਬਾਅਦ ਭਾਰਤ ਦਾ ਦੇਖੋ ਇਹ ਕੁਐਸਚਨ ਬਹੁਤ ਵਾਰੀ ਪੁੱਛ ਲੈਂਦੇ ਹਨ ਕਿ ਵਿਸਤਾਰ ਦੱਸੋ ਜੀ। 8 ਡਿਗਰੀ 4 ਮਿੰਟ ਉੱਤਰ ਅਤੇ 37 ਡਿਗਰੀ 6 ਮਿੰਟ ਉੱਤਰ ਹੈ ਦੇਖੋ ਇਹਦਾ ਵਿਸਤਾਰ। ਅਤੇ ਇੱਧਰ ਦੂਸਰੇ ਪਾਸੇ ਪੱਛਮ ਤੋਂ ਪੂਰਬ ਵੱਲ ਜਿਹੜਾ ਵਿਸਤਾਰ ਹੈਗਾ ਉਹ 68 ਡਿਗਰੀ 7 ਮਿੰਟ ਪੂਰਬ ਅਤੇ 97 ਡਿਗਰੀ 25 ਮਿੰਟ ਪੂਰਬ ਹੈ। ਦੇਸ਼ਾਂਤਰਾਂ ਦੇ ਦੇਖੋ ਜਿਹੜੇ ਮਤਲਬ ਕਿ 1 ਡਿਗਰੀ ਦੇਸ਼ਾਂਤਰ ਤੋਂ ਜਦੋਂ ਆਪਾਂ ਨੈਕਸਟ ਡਿਗਰੀ ਅਕਸ਼ਾਂਤਰ ਤੱਕ ਜਾਂਦੇ ਹਾਂ ਅਤੇ ਉਹਦੇ ਵਿੱਚ 4 ਮਿੰਟ ਦਾ ਅੰਤਰ ਆਉਂਦਾ ਹੈ। ਇਸੇ ਤਰ੍ਹਾਂ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਇਹ ਕੁਐਸਚਨ ਆਪਾਂ ਕਵਰ ਕਰ ਚੁੱਕੇ ਹਾਂ ਕਿ ਗੁਜਰਾਤ ਦੇ ਬਜਾਏ ਪੂਰਬ ਦੇ ਅਰੁਣਾਚਲ ਪ੍ਰਦੇਸ਼ ਵਿੱਚ ਤਕਰੀਬਨ 2 ਘੰਟੇ ਦਾ ਜਿਹੜਾ ਹੈਗਾ ਸਥਾਨਿਕ ਅੰਤਰ ਹੈਗਾ ਉਹ ਮਿਲਦਾ ਹੈ। ਮਾਨਕ ਭਾਰਤ ਦਾ ਦੱਸਿਆ ਸੀ 28.5 ਡਿਗਰੀ ਈਸਟ ਵੱਲ ਹੈ ਮਤਲਬ 82 ਡਿਗਰੀ ਪੂਰਬ ਵੱਲ 82 ਡਿਗਰੀ 82.5 ਡਿਗਰੀ ਪੂਰਬ ਵੱਲ ਉਹ ਜਿਹੜਾ ਭਾਰਤ ਦਾ ਮਾਨਕ IST ਇੰਡੀਅਨ ਸਟੈਂਡਰਡ ਟਾਈਮ ਇੱਥੋਂ ਮਾਪਿਆ ਜਾਂਦਾ ਹੈ। ਭਾਰਤ ਦੇ ਦੇਖੋ 7 ਗੁਆਂਢੀ ਦੇਸ਼ ਹਨ, ਠੀਕ ਹੈ ਜੀ। ਅਤੇ ਭਾਰਤ ਨੂੰ ਸ਼੍ਰੀਲੰਕਾ ਪਾਕ ਸਟੇਟ ਰਾਹੀਂ ਅਲੱਗ ਕੀਤਾ ਜਾਂਦਾ ਹੈ ਜੀ। ਉਸ ਤੋਂ ਬਾਅਦ ਅੱਗੇ ਹੈ ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਰਾਜ ਜਿਹੜਾ ਦੇਖੋ ਆਪਣਾ ਕੋਲ ਰਾਜਸਥਾਨ ਹੈ। ਸਭ ਤੋਂ ਛੋਟਾ ਜਿਹੜਾ ਗੋਆ ਹੈ। ਜਲੋੜ ਮਿੱਟੀ ਨਖੇਬ ਨਦੀਆਂ ਦੁਆਰਾ ਲਿਆਂਦੀ ਗਈ ਬਹੁਤ ਸਾਰੀਆਂ ਮਿੱਟੀਆਂ ਅਤੇ ਨਦੀ ਬੇਸਨ ਵਿੱਚ ਜਮ੍ਹਾਂ ਕਰ ਦਿੱਤੀ ਜਾਂਦੀ ਹੈ। ਸਹਾਇਕ ਨਦੀਆਂ ਪੁੱਛ ਲੈਂਦੇ ਕੀ ਹੁੰਦੀਆਂ ਨੇ।
ਮੁੱਖ ਨਦੀ ਦੇ ਨਾਲ ਜਿਹੜੀਆਂ ਬਾਕੀ ਨਦੀਆਂ ਆ ਕੇ ਜੁੜਦੀਆਂ ਹਨ, ਉਹਨਾਂ ਨੂੰ ਸਹਾਇਕ ਨਦੀਆਂ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਹਿਮਾਲਿਆ ਪਰਬਤ ਦੀਆਂ ਦੇਖੋ ਸ਼੍ਰੇਣੀਆਂ ਬਾਰੀਆਂ ਦੱਸਿਆ ਗਿਆ ਹੈ। ਹਿਮਾਲਿਆ ਦੀਆਂ ਜਿਹੜੀਆਂ ਸ਼੍ਰੇਣੀਆਂ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਇੱਕ ਤਾਂ ਗ੍ਰੇਟਰ ਹਿਮਾਲਿਆ ਆ ਜਾਂਦਾ ਹੈ ਜੀ, ਦੂਜਾ ਹੈ ਮੱਧ ਹਿਮਾਲਿਆ ਅਤੇ ਤੀਜਾ ਹੈਗਾ ਸ਼ਿਵਾਲਿਕ ਦੀਆਂ ਪਹਾੜੀਆਂ। ਅੱਗੇ ਹੈ ਉੱਤਰੀ ਮੈਦਾਨ ਦੇ ਤੇ ਦੱਖਣੀ ਵਿੱਚ ਪ੍ਰਾਇਦੀਪ ਪਠਾਰ ਹੈ ਅਤੇ ਇਸ ਦੀ ਸ਼ਕਲ ਤ੍ਰਿਭੁਜ ਵਰਗੀ ਹੈ। ਇਹ ਭਾਰਤ ਦੇ ਬਾਰੇ ਹੁਣ ਜਾਣਕਾਰੀ ਇਹਦੇ ਵਿੱਚ ਦਿੱਤੀ ਗਈ ਹੈ। ਜਿਹੜੀ ਬਾਕੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਰੋਕ ਕੇ ਤੁਸੀਂ ਡਿਟੇਲ ਇੱਥੇ ਪੜ੍ਹ ਸਕਦੇ ਹੋ, ਅਤੇ ਜੇ ਕੋਈ ਤੁਸੀਂ ਸਕਰੀਨਸ਼ਾਟ ਲੈਣਾ ਚਾਹੋ ਤਾਂ ਲੈ ਕੇ ਬਾਅਦ 'ਚ ਉਹਨਾਂ ਨੂੰ ਜੋ ਹੈ ਕਾਪੀ 'ਤੇ ਤੁਸੀਂ ਲਿਖ ਸਕਦੇ ਹੋ। ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਜੀ, ਉਹ ਨਦੀਆਂ ਦੱਸੋ ਜੋ ਡੈਲਟਾ ਨਹੀਂ ਬਣਾਉਂਦੀਆਂ। ਨਰਮਦਾ ਅਤੇ ਤਾਪੀ ਕੋਈ ਵੀ ਡੈਲਟਾ ਨਹੀਂ ਦੇਖੋ ਬਣਾਉਂਦੀਆਂ। ਇਸੇ ਤਰ੍ਹਾਂ ਫਿਰ ਕੁਐਸਚਨ ਇਹ ਪੁੱਛ ਲੈਂਦਾ ਹੈ ਵੀ ਸਭ ਤੋਂ ਵੱਡਾ ਡੈਲਟਾ ਦੇਖੋ ਕਿਹੜੀ ਨਦੀ ਬਣਾਉਂਦੀ ਹੈ, ਅਤੇ ਗੰਗਾ ਅਤੇ ਬ੍ਰਹਮਪੁੱਤਰ ਨਦੀ ਸੁੰਦਰਬਨ ਡੈਲਟਾ ਬਣਾਉਂਦੀਆਂ ਹਨ। ਸਭ ਤੋਂ ਵੱਡਾ ਜਿਹੜਾ ਹੈ ਡੈਲਟਾ ਇਹ ਮੰਨਿਆ ਜਾਂਦਾ ਹੈ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਭਾਰਤ ਵਿੱਚ ਦੱਖਣ ਧਰੁਵ ਦਿਸ਼ਾ ਵਿੱਚ ਬੰਗਾਲ ਦੀ ਖਾੜੀ ਵਿੱਚ ਸਥਿਤ ਹੈ। ਅੱਗੇ ਹੈ ਮੌਸਮਾਂ ਬਾਰੇ ਜਾਣਕਾਰੀ ਹੈ। ਮੌਸਮ ਵਾਯੂਮੰਡਲ ਵਿੱਚ ਦਿਨ ਪ੍ਰਤੀ ਦਿਨ ਹੋਣ ਵਾਲਾ ਜਿਹੜਾ ਹੈਗਾ ਪਰਿਵਰਤਨ ਹੈ। ਦਸੰਬਰ ਤੋਂ ਫਰਵਰੀ ਤੱਕ ਠੰਡ ਹੁੰਦੀ ਹੈ, ਅਤੇ ਇਸੇ ਤਰ੍ਹਾਂ ਮਾਰਚ ਤੋਂ ਮਈ ਤੱਕ ਗਰਮੀ, ਅਤੇ ਜੂਨ ਤੋਂ ਸਤੰਬਰ ਤੱਕ ਪੱਛਮੀ ਪੌਣਾ ਦਾ ਮੌਸਮ ਹੁੰਦਾ ਹੈ, ਅਤੇ ਅਕਤੂਬਰ ਅਤੇ ਨਵੰਬਰ ਵਿੱਚ ਮੌਨਸੂਨਾਂ ਦੇ ਵਾਪਸ ਜਾਣ ਦਾ ਜੋ ਹੈ ਉਹ ਸਮਾਂ ਹੁੰਦਾ ਹੈ। ਇਸੇ ਤਰ੍ਹਾਂ ਹੁਣ ਇਹ ਮੌਸਮ ਬਾਰੇ ਸੀ। ਹੁਣ ਜਲਵਾਯੂ, ਇਹਦੇ ਵਿੱਚ ਕਈ ਵਾਰੀ ਅੰਤਰ ਪੁੱਛ ਲੈਂਦੇ ਨੇ ਜਲਵਾਯੂ ਕੀ ਹੁੰਦਾ, ਅਤੇ ਜਲਵਾਯੂ ਦੇਖੋ ਕਿਸੇ ਸਥਾਨ 'ਤੇ ਕਈ ਸਾਲਾਂ ਵਿੱਚ ਮਾਪੀ ਗਈ ਮੌਸਮ ਦੀ ਔਸਤ ਦਰ ਨੂੰ ਜਲਵਾਯੂ ਕਿਹਾ ਜਾਂਦਾ ਹੈ। ਇਹਦੀ ਡੈਫੀਨੇਸ਼ਨ ਹੈ ਜਲਵਾਯੂ ਦੀ। ਅਤੇ ਮੌਸਮ ਸ਼ਬਦ ਤੋਂ ਜਿਹੜਾ ਹੈਗਾ ਮੌਸਮ ਜਿਹੜਾ ਇਹ ਸ਼ਬਦ ਹੈਗਾ ਇਹ ਲਿਆ ਗਿਆ ਹੈ। ਅੱਗੇ ਹੈ ਭਾਰਤ ਵੀ ਉਸ਼ਣ ਕਟੀਬੰਧੀ ਵਿੱਚ ਹੈ, ਜਿਸ ਕਰਕੇ ਇੱਥੇ ਜ਼ਿਆਦਾਤਰ ਵਰਖਾ ਮੌਨਸੂਨੀ ਪੌਣਾਂ ਦੁਆਰਾ ਹੁੰਦੀ ਹੈ। ਭਾਰਤ ਵਿੱਚ ਪੁੱਛ ਲੈਂਦੇ ਆ ਸਭ ਤੋਂ ਗਰਮ ਸਥਾਨ ਕਿਹੜੇ ਨੇ। ਜੈਸਲਮੇਰ ਅਤੇ ਬੀਕਾਨੇਰ ਜਿਹੜੇ ਹੈਗੇ ਆ ਇਹ ਬੜੇ ਗਰਮ ਸਥਾਨ ਹਨ ਭਾਰਤ ਦੇ ਵਿੱਚ। ਦਰਾਜ ਸੈਕਟਰ ਵਿੱਚ ਸਭ ਤੋਂ ਜ਼ਿਆਦਾ ਠੰਡ ਪੈਂਦੀ ਹੈ, ਅਤੇ ਇਸੇ ਤਰ੍ਹਾਂ ਮੁੰਬਈ, ਕਲਕੱਤਾ, ਇੱਥੇ ਜਿਹੜਾ ਮੋਡਰੇਟ ਟੈਂਪਰੇਚਰ ਇਹਨਾਂ ਥਾਵਾਂ 'ਤੇ ਭਾਰਤ ਵਿੱਚ ਰਹਿੰਦਾ ਹੈ। ਅੱਗੇ ਦੇਖੋ ਬਨਸਪਤੀ ਬਾਰੇ ਆ ਗਿਆ, ਅਤੇ ਬਨਸਪਤੀ ਦੇਖੋ ਉਹਨਾਂ ਦੀਆਂ ਜਿਹੜੀਆਂ ਕਿਸਮਾਂ ਹੈਗੀਆਂ ਕਿਹੜੀਆਂ ਕਿਹੜੀਆਂ ਹੁੰਦੀਆਂ ਹਨ। ਉਸ਼ਣ ਕਟੀਬੰਧੀ ਵਣ ਜਿਹੜੇ ਹੈਗੇ ਆ ਇਹ ਮਿਲਦੇ ਹਨ, ਜਿਨ੍ਹਾਂ ਨੂੰ ਮੌਨਸੂਨੀ ਵਣ ਵੀ ਕਿਹਾ ਜਾਂਦਾ ਹੈ। ਇਹ ਘੱਟ ਸੰਘਣੇ ਹੁੰਦੇ ਹਨ, ਸਾਲ ਵਿੱਚ ਇੱਕ ਵਾਰੀ ਨਿਸ਼ਚਿਤ ਸਮੇਂ ਵਿੱਚ ਆਪਣੇ ਪੱਤੇ ਸੁੱਟ ਦਿੰਦੇ ਹਨ।
ਇਹਨਾਂ ਵਣਾਂ ਵਿੱਚ ਦੇਖੋ ਸਾਲ, ਟੀਕ, ਪਿੱਪਲ, ਨਿੰਮ ਅਤੇ ਸ਼ੀਸ਼ਮ ਵਰਗੇ ਦਰਖਤ ਆਉਂਦੇ ਹਨ। ਇਸ ਤਰ੍ਹਾਂ ਦੇਖੋ ਕੰਡੇਦਾਰ ਝਾੜੀਆਂ ਇਹ ਖੁਸ਼ਕ ਹੁੰਦੇ ਹਨ ਅਤੇ ਮਤਲਬ ਕਿ ਇਹਨਾਂ ਦੇ ਪੱਤੇ ਜਿਹੜੇ ਹੈਗੇ ਆ ਉਹ ਉਹਨਾਂ ਦੇ ਉੱਤੇ ਮਤਲਬ ਕਿ ਕਈ ਵਾਰੀ ਕੰਡੇ ਵਗੈਰਾ ਲੱਗੇ ਹੁੰਦੇ ਹਨ। ਰਾਜਸਥਾਨ ਦੇ ਇਲਾਕੇ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਝਾੜੀਆਂ ਮਿਲਦੀਆਂ ਹਨ। ਇਸ ਤਰ੍ਹਾਂ ਅੱਗੇ ਵਣਾਂ ਦੇ ਵਿੱਚ ਦੇਖੋ ਮੈਗਰੂਵ ਬਨਸਪਤੀ ਵੀ ਇੱਕ ਆਉਂਦੀ ਹੈ। ਇਹਨਾਂ ਬਾਰੇ ਕਾਫੀ ਕੁਐਸਚਨ ਪੁੱਛੇ ਜਾਂਦੇ ਹੈ। ਸੁੰਦਰਬਨ ਡੈਲਟਾ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਪਾਈ ਜਾਂਦੀ ਹੈ। राष्ट्रीय पंछी बारे आ गया। भारत देखो राष्ट्रीय पंछी जो है मोर है। ਇਹ ਕੁਐਸਚਨ ਕਈ ਵਾਰੀ ਪੁੱਛ ਲੈਂਦੇ ਹਨ। ਜੰਗਲੀ ਜੀਵ ਸੁਰੱਖਿਆ ਦਿਵਸ ਅਕਤੂਬਰ ਦੇ ਪਹਿਲੇ ਹਫਤੇ ਵਿੱਚ ਮਨਾਇਆ ਜਾਂਦਾ ਹੈ ਜੀ। ਸਾਈਬੇਰੀਅਨ ਕਰੇਨ ਸਾਈਬੇਰੀਆ ਤੋਂ ਆਉਂਦੇ ਹਨ। ਇਹ ਦਸੰਬਰ ਵਿੱਚ ਆਉਂਦੇ ਹਨ ਅਤੇ ਮਾਰਚ ਤੱਕ ਇੱਥੇ ਰਹਿੰਦੇ ਹਨ। ਇਹ ਪ੍ਰਵਾਸੀ ਪੰਛੀਆਂ ਬਾਰੇ ਕੁਐਸਚਨ ਹੈ। ਇਹ ਕੁਐਸਚਨ ਵੀ ਪੁੱਛ ਲੈਂਦੇ ਹਨ। ਹੁਣ ਇੱਥੇ ਇੱਕ ਕੁਐਸਚਨ ਵਾਟਰ ਸਿਸਟਮ ਬਾਰੇ ਵੀ ਦੱਸਿਆ ਹੋਇਆ ਹੈ ਅਤੇ ਵਾਟਰ ਇਹ ਜਿਹੜਾ ਹੈਗਾ ਇਸ ਤੋਂ ਮਤਲਬ ਹੈ ਵੀ ਆਪਾਂ ਜਦ ਪਹਿਲਾਂ ਧਨ ਨਹੀਂ ਸੀ ਹੁੰਦਾ, ਚੀਜ਼ਾਂ ਦੀ ਅਦਲਾ ਬਦਲੀ ਜਿਹੜੀ ਹੈਗੀ ਹੈ ਕੀਤੀ ਜਾਂਦੀ ਸੀ। ਅੱਗੇ ਜੀਵ ਜੰਤੂਆਂ ਦਾ ਆਪਸੀ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨਾਲ ਸੰਬੰਧਿਤ ਇਕੋ ਸਿਸਟਮ ਹੁੰਦਾ ਹੈ ਜੀ। ਇਸ ਬਾਰੇ ਵੀ ਕੁਐਸਚਨ ਆਉਂਦਾ ਵੀ ਇਕੋ ਸਿਸਟਮ ਕੀ ਹੁੰਦਾ ਹੈ। ਅੱਗੇ ਹੁਣ ਧਰਤੀ ਦੀਆਂ ਦੇਖੋ ਪਰਤਾਂ ਬਾਰੇ ਆ ਗਿਆ। ਦੇਖੋ ਧਰਤੀ ਦੀਆਂ ਦੇਖੋ 3 ਪਰਤਾਂ ਜਿਹੜੀਆਂ ਹੈਗੀਆਂ ਹਨ ਉਹ ਮੰਨੀਆਂ ਜਾਂਦੀਆਂ ਹਨ। ਸਭ ਤੋਂ ਉੱਪਰਲੀ ਪਰਤ ਨੂੰ ਪੇਪੜੀ ਕਿਹਾ ਜਾਂਦਾ ਹੈ, ਜਿਸ ਦੀ ਡੂੰਘਾਈ ਦੇਖੋ 35 ਕਿਲੋਮੀਟਰ ਤੋਂ ਲੈ ਕੇ 5 ਕਿਲੋਮੀਟਰ ਤੱਕ ਮੰਨੀ ਜਾਂਦੀ ਹੈ। ਇਸ ਨੂੰ ਸਿਆਲ ਵੀ ਕਿਹਾ ਜਾਂਦਾ ਹੈ ਕਿਉਂਕਿ ਸਿਲੀਕਾ ਅਤੇ ਐਲੂਮੀਨੀਅਮ ਤੋਂ ਇਹ ਬਣੀ ਹੁੰਦੀ ਹੈ। ਦੂਜੀ ਪਰਤ ਜਿਹੜੀ ਹੈਗੀ ਹੈ ਮੈਂਟਲ ਹੈ। ਇਸ ਦੀ ਜਿਹੜੀ ਹੈਗੀ ਆ ਮੋਟਾਈ ਉਹ ਹੈਗੀ ਹੈ 2900 ਕਿਲੋਮੀਟਰ ਤੱਕ ਇਹ ਮੋਟੀ ਹੁੰਦੀ ਹੈ। ਇਸ ਸਿਲੀਕੌਨ ਅਤੇ ਮੈਗਨੀਸ਼ੀਅਮ ਇਸ ਦੇ ਵਿੱਚ ਮਿਲਦਾ ਹੈ। ਅਤੇ ਤੀਜੀ ਪਰਤ ਜਿਹੜੀ ਹੈਗੀ ਆ ਉਹ 3500 ਕਿਲੋਮੀਟਰ ਤੱਕ ਹੈ, ਜਿਹਨਾਂ ਨੂੰ ਨਾਈਫ ਵੀ ਕਹਿੰਦੇ ਹਨ ਕਿਉਂਕਿ ਇਸ ਵਿੱਚ ਨਿਕਲ ਅਤੇ ਫਾਇਰਸ ਜਿਹੜਾ ਹੈਗਾ ਆਇਰਨ ਦੇ ਗੁਣ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਿਲਦੇ ਹਨ। ਅਤੇ ਇਸ ਨੂੰ ਕੋਰ ਵੀ ਕਹਿੰਦੇ ਹਨ। ਅਤੇ ਕੋਰ ਜਿਹੜੀ ਹੈਗੀ ਜੀ ਵੈਸੇ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਬਾਹਰੀ ਕੋਰ ਅਤੇ ਇੱਕ ਅੰਦਰੂਨੀ ਕੋਰ। ਅੱਗੇ ਹੁਣ ਚਟਾਨਾਂ ਦੇ ਬਾਰੇ ਹੈਗਾ ਕੁਛ। ਚਟਾਨਾਂ ਦੇਖੋ ਜੀ 3 ਤਰ੍ਹਾਂ ਦੀਆਂ ਹੁੰਦੀਆਂ ਹਨ। ਦੇਖੋ ਜਿਹੜਾ ਪਿੰਗਲਿਆ ਹੋਇਆ ਮੈਗਮਾ ਜੋ ਧਰਤੀ ਤੋਂ ਬਾਹਰ ਨਿਕਲਦਾ ਹੈ ਅਤੇ ਡੂੰਘਾਈ ਵਿੱਚ ਜੇ ਉਹ ਠੰਡਾ ਹੋ ਜਾਵੇ, ਇਸ ਪ੍ਰਕਾਰ ਬਣੀਆਂ ਚਟਾਨਾਂ ਨੂੰ ਅੰਤਰਵੇਦੀ ਚਟਾਨਾਂ ਕਿਹਾ ਜਾਂਦਾ ਹੈ। ਅਗਨੀ ਅਤੇ
ਅਵਸਾਦੀ ਚਟਾਨਾਂ ਉੱਚੇ ਤਾਪਮਾਨ ਅਤੇ ਦਬਾਅ ਦੇ ਕਾਰਨ ਰੂਪਾਂਤਰਿਤ ਚਟਾਨਾਂ ਵਿੱਚ ਬਦਲ ਜਾਂਦੀਆਂ ਹਨ, ਜਿਵੇਂ ਕਿ ਚੀਕਣੀ ਮਿੱਟੀ ਸਲੇਟ ਵਿੱਚ ਬਦਲ ਜਾਂਦੀ ਹੈ, ਚੂਨਾ ਪੱਥਰ ਜੋ ਹੈ ਸੰਗਮਰਮਰ ਦੇ ਵਿੱਚ ਬਦਲ ਜਾਂਦਾ ਹੈ। ਇਸੀ ਤਰ੍ਹਾਂ ਹੁਣ ਬਾਕੀ ਜਿਹੜੇ ਕੁਐਸਚਨ ਤੁਸੀਂ ਇਹਨਾਂ ਵਿੱਚ ਤੁਹਾਨੂੰ ਲੱਗਦੇ ਹਨ ਕੋਈ ਇੰਪੋਰਟੈਂਟ, ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਸਟਾਪ ਕਰਕੇ ਤੁਸੀਂ ਉਹਨਾਂ ਨੂੰ ਨੋਟ ਕਰ ਸਕਦੇ ਹੋ। ਭੂਚਾਲਾਂ ਬਾਰੇ ਹੈ ਕੁਝ ਕੁਐਸਚਨ ਜੀ। ਧਰਤੀ ਦੇ ਹੇਠਾਂ ਜਿੱਥੇ ਭੂਚਾਲ ਸ਼ੁਰੂ ਹੁੰਦਾ ਹੈ ਉਸ ਨੂੰ ਉਦਗਮ ਖੇਤਰ ਫੋਕਸ ਕਿਹਾ ਜਾਂਦਾ ਹੈ, ਅਤੇ ਇਸ ਨੂੰ ਕੇਂਦਰ ਵੀ ਕਹਿ ਦਿੰਦੇ ਹੈ। ਉਦਮਾ ਕੇਂਦਰ ਤੋਂ ਭੂਮੀ ਦੀ ਸਤ੍ਹਾ ਦੇ ਸਾਹਮਣੇ ਸਥਾਨ ਨੂੰ ਐਪੀ ਸੈਂਟਰ ਮਤਲਬ ਕਿ ਕਹਿੰਦੇ ਹਨ। ਇਸੀ ਤਰ੍ਹਾਂ ਭੂਚਾਲੀ ਤਰੰਗਾਂ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ। ਪੀ ਵੇਵਸ, ਠੀਕ ਹੈ, ਇਹਨਾਂ ਨੂੰ ਲੌਂਗੀਟਿਊਡਨਲ ਵੇਵਸ ਵੀ ਕਹਿੰਦੇ ਹਨ। ਉਸ ਤੋਂ ਬਾਅਦ ਐਸ ਵੇਵਸ ਨੇ, ਇਹਨਾਂ ਨੂੰ ਅਸੀਂ ਟਰਾਂਸਫਰ ਵੇਵਸ ਵੀ ਕਹਿੰਦੇ ਹਨ, ਅਤੇ ਐਲ ਵੇਵਸ ਨੇ, ਇਹਨਾਂ ਨੂੰ ਆਪਾਂ ਸਰਫੇਸ ਵੇਵ ਵੀ ਕਹਿੰਦੇ ਹਾਂ। ਇਹ ਕੁਐਸਚਨ ਵੀ ਪੁੱਛ ਲਿਆ ਜਾਂਦਾ ਹੈ। ਅੱਗੇ ਇਹ ਕੁਐਸਚਨ ਬੜਾ ਇੰਪੋਰਟੈਂਟ ਹੈ। 26 ਜਨਵਰੀ 2001 ਵਿੱਚ ਭੁਜ ਸ਼ਹਿਰ ਵਿੱਚ ਰਿਕਟਰ ਸਕੇਲ 6.9 ਦੀ ਤੀਬਰਤਾ ਨਾਲ ਭੂਚਾਲ ਆਇਆ ਸੀਗਾ। ਕਈ ਵਾਰੀ ਡੇਟ ਪੁੱਛ ਲਈ ਜਾਂਦੀ ਹੈ, ਕਈ ਵਾਰੀ ਉਹਦੀ ਤੀਬਰਤਾ ਪੁੱਛ ਲਈ ਜਾਂਦੀ ਹੈ। ਤੀਬਰਤਾ ਦੇ ਅਨੁਸਾਰ ਜਿਹੜਾ 7 ਤੋਂ 7 ਜਾਂ 7 ਤੋਂ ਉੱਪਰ ਵਾਲਾ ਜਿਹੜਾ ਭੂਚਾਲ ਹੁੰਦਾ ਹੈ ਰਿਕਟਰ ਸਕੇਲ ਵਾਲਾ, ਇਹ ਬੜਾ ਖਤਰਨਾਕ ਮੰਨਿਆ ਜਾਂਦਾ ਹੈ। ਇਹ ਵੀ ਇੰਪੋਰਟੈਂਟ ਕੁਐਸਚਨ ਨੇ। ਲੇਕਸ ਬਾਰੇ ਕੁਐਸਚਨ ਹੈ। ਆਕਸਬੋ ਲੇਕ ਕਿਸ ਤਰ੍ਹਾਂ ਬਣਦੀ ਹੈ, ਇਹ ਪੂਰੀ ਡਿਟੇਲ ਇਹਦੀ ਦਿੱਤੀ ਹੋਈ ਹੈ। ਇਹਨਾਂ ਨੂੰ ਮੈਂ ਇਸ ਤਰ੍ਹਾਂ ਵਿੱਚ ਰੋਕ ਰਿਹਾ ਹਾਂ ਤਾਂ ਕਿ ਜੋ ਤੁਹਾਨੂੰ ਇੰਪੋਰਟੈਂਟ ਕੁਐਸਚਨ ਤੁਸੀਂ ਇੱਥੋਂ ਨੋਟ ਕਰ ਸਕਦੇ ਹੋ, ਅਤੇ ਉਹਨਾਂ ਨੂੰ ਆਪਣਾ ਤੁਸੀਂ ਕਾਪੀਆਂ 'ਤੇ ਵੀ ਲਿਖ ਸਕਦੇ ਹੋ। ਕਿਉਂਕਿ ਜੇ ਮੈਂ ਸਾਰੇ ਕੁਐਸਚਨ ਤੁਹਾਨੂੰ ਬੋਲ ਕੇ ਦੱਸਣ ਲੱਗਿਆ ਤਾਂ ਬਹੁਤ ਜ਼ਿਆਦਾ ਟਾਈਮ ਇਸ ਵੀਡੀਓ ਨੂੰ ਲੱਗੇਗਾ, ਤਾਂ ਫਿਰ ਇੰਨੀ ਲੰਬੀ ਵੀਡੀਓ ਆਪਾਂ ਨੂੰ YouTube 'ਤੇ ਅਪਲੋਡ ਕਰਨੀ ਵੀ ਬੜੀ ਮੁਸ਼ਕਿਲ ਹੁੰਦੀ ਹੈ। ਤੁਸੀਂ ਵੀ ਇਸ ਤਰ੍ਹਾਂ ਰੋਕ ਕੇ ਇਸ ਨੂੰ ਮਤਲਬ ਕਿ ਇਹ ਕੁਐਸਚਨ ਤੁਸੀਂ ਇੱਥੋਂ ਨੋਟ ਕਰ ਸਕਦੇ ਹੋ, ਸਟਾਪ ਕਰ ਸਕਦੇ ਹੋ। ਦੇਖੋ 200 ਨੰਬਰ ਕੁਐਸਚਨ ਵੀ 2 ਅਰਬਵਾਂ ਭਾਗ ਹੀ ਜੋ ਸੂਰਜ ਦੀ ਜੋ ਊਰਜਾ ਹੈ ਉਸਦਾ ਧਰਤੀ 'ਤੇ ਯੂਜ਼ ਹੁੰਦਾ ਹੈ। ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਨੋਟ ਕਰ ਸਕਦੇ ਹੋ ਕੁਐਸਚਨਾਂ ਨੂੰ। ਕੁਐਸਚਨ ਬਹੁਤ ਜ਼ਿਆਦਾ ਇਸ 'ਚ ਦਿੱਤੇ ਗਏ ਹਨ। 20 ਮਾਰਚ ਵਿਸ਼ਵ ਜਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਦੇਖੋ ਇਹ ਕੁਐਸਚਨ ਦੇਖੋ
271ਵਾਂ ਇਹ ਟ੍ਰੋਪੀਕਲ ਗ੍ਰਾਸਲੈਂਡ ਬਾਰੇ ਹੈ। ਕਿਹੜੇ-ਕਿਹੜੇ ਟ੍ਰੋਪੀਕਲ ਤੇ ਉਸ ਤੋਂ ਬਾਅਦ 272ਵਾਂ ਕੁਐਸਚਨ ਟੈਂਪਰੇਟ ਗ੍ਰਾਸਲੈਂਡ ਕਿਹੜੇ-ਕਿਹੜੇ ਕਿਸ-ਕਿਸ ਇਲਾਕੇ ਦੇ ਵਿੱਚ ਮਿਲਦੇ ਹਨ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਸ ਕੁਐਸਚਨ ਦੇ ਵਿੱਚ ਹੈ ਕਿ ਪੂਰਬੀ ਅਫਰੀਕਾ ਦੇ ਵਿੱਚ ਸਵਾਨਾ ਘਾਹ ਦੇ ਮੈਦਾਨ ਮਿਲਦੇ ਹਨ। ਬ੍ਰਾਜ਼ੀਲ ਵਿੱਚ ਕੰਪੋਸ ਘਾਹ ਦੇ ਮੈਦਾਨ ਮਿਲਦੇ ਹਨ। ਵੈਨਜ਼ੂਏਲਾ ਦੇ ਵਿੱਚ ਲੌਂਸ ਘਾਹ ਦੇ ਮੈਦਾਨ ਜਿਹੜੇ ਹੈਗੇ ਆ ਮਿਲਦੇ ਹਨ। ਇਸੇ ਤਰ੍ਹਾਂ ਟੈਂਪਰੇਟ ਜਿਹੜੇ ਹੈਗੇ ਆ ਉਹਦੇ ਵਿੱਚ ਉੱਤਰੀ ਅਮਰੀਕਾ ਦੇ ਵਿੱਚ ਪ੍ਰੇਰੀ ਅਤੇ ਅਰਜਨਟੀਨਾ ਦੇ ਵਿੱਚ ਪੰਪਾਸ ਅਤੇ ਦੱਖਣੀ ਅਮਰੀਕਾ ਦੇ ਵਿੱਚ ਵੈਲਡ ਅਤੇ ਮੱਧ ਏਸ਼ੀਆ ਦੇ ਵਿੱਚ ਸਟੈਪੀਜ਼ ਅਤੇ ਆਸਟ੍ਰੇਲੀਆ ਵਿੱਚ ਡੌਨ ਘਾਹ ਦੇ ਜਿਹੜੇ ਹੈਗੇ ਆ ਮੈਦਾਨ ਇਹ ਮਿਲਦੇ ਨੇ। ਬੜੇ ਇੰਪੋਰਟੈਂਟ ਕੁਐਸਚਨ ਇਹ ਅਕਸਰ ਹੀ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਹੈ। ਅੱਗੇ ਦੇਖੋ 304ਵਾਂ ਕੁਐਸਚਨ ਇਹ ਹੈ ਇਹ ਕੁਛ ਬੰਦਰਗਾਹਾਂ ਬਾਰੇ ਡਿਸਕਸ਼ਨ ਹੈ। ਦੇਖੋ ਏਸ਼ੀਆ ਦੇ ਵਿੱਚ ਕਿਹੜੀ ਮੁੱਖ ਬੰਦਰਗਾਹ ਦੇਖੋ ਸਿੰਗਾਪੁਰ ਅਤੇ ਮੁੰਬਈ ਹੈ। ਉੱਤਰੀ ਅਮਰੀਕਾ ਦੇ ਵਿੱਚ ਨਿਊਯਾਰਕ ਅਤੇ ਲਾਸ ਐਂਜਲਿਸ ਹੈਗੀ ਹੈ। ਦੱਖਣੀ ਅਮਰੀਕਾ ਦੇ ਵਿੱਚ ਹੈਗੀ ਹੈ ਰੀਓ ਡੀ ਜਨੈਰੀਓ ਅਤੇ ਅਮਰੀਕਾ ਦੇ ਵਿੱਚ ਹੈਗੀ ਹੈ ਡਰਬਨ ਕੈਪਟਾਊਨ। ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਹੈਗੀ ਸਿਡਨੀ ਅਤੇ ਯੂਰਪ ਦੇ ਵਿੱਚ ਹੈਗੀ ਹੈ ਲੰਡਨ। ਇਹ ਵੱਡੀਆਂ ਬੰਦਰਗਾਹਾਂ ਨੇ ਵਿਸ਼ਵ ਦੀਆਂ। ਇਹਨਾਂ ਬਾਰੇ ਵੀ ਕਈ ਵਾਰੀ ਕੁਐਸਚਨ ਪੁੱਛ ਲਿਆ ਜਾਂਦਾ ਹੈ। ਇਸ ਤਰ੍ਹਾਂ ਕੁਐਸਚਨ ਤੁਸੀਂ ਇੱਥੋਂ ਨੋਟ ਕਰ ਸਕਦੇ ਹੋ। ਜਿਵੇਂ ਮੈਂ ਇਸ ਤਰ੍ਹਾਂ ਰੋਕਿਆ ਹੈ ਤੁਸੀਂ ਇਹਦਾ ਇਸ ਤਰ੍ਹਾਂ ਇਹ ਸਕਰੀਨਸ਼ਾਟ ਵੀ ਲੈ ਸਕਦੇ ਹੋ। ਦੇਖੋ ਨੀਚੇ ਸਕਰੀਨਸ਼ਾਟ ਆ ਗਿਆ ਅਤੇ ਬਾਅਦ 'ਚੋਂ ਤੁਸੀਂ ਇਹਨਾਂ ਨੂੰ ਕਾਪੀਆਂ 'ਤੇ ਨੋਟ ਕਰ ਸਕਦੇ ਹੋ। ਕਾਫੀ ਸਾਰੇ ਕੁਐਸਚਨ ਇਹ 'ਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਰਕੇ ਟਾਈਮ ਬਹੁਤ ਲੱਗੇਗਾ ਸਾਰੇ ਕੁਐਸਚਨ ਬੋਲਣ 'ਤੇ। ਇਹਨਾਂ ਨੂੰ ਆਪਾਂ ਸਟਾਪ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਤਾਂ ਕਿ ਤੁਸੀਂ ਮੇਨ ਇੰਪੋਰਟੈਂਟ ਕੁਐਸਚਨ ਤੁਸੀਂ ਇਹਦੇ ਵਿੱਚੋਂ ਨੋਟ ਕਰ ਲਓ। और देखो मारूथलों बारे क्वेश्चन आ गए। ठंडा मारूथल देखो लद्दाख है। लद्दाख देखो किहड़े-किहड़े शब्दों तो बनया होया है। ला मीनिंग माउंटेन पासिस ते दाख मीनिंग कंट्री लिया गया है। इस तरह के जिहड़े भी तुहानूं इंपॉर्टेंट क्वेश्चन लगदे हन तुसीं इत्थों नोट कर सकदे हो।
ਆ ਦੇਖੋ ਟਾਈਪਸ ਆਫ ਰਿਸੋਰਸਿਸ ਬਾਰੇ ਹੈ, ਕਿੰਨੀ ਤਰ੍ਹਾਂ ਦੇ ਰਿਸੋਰਸਿਸ ਦੇਖੋ ਹੁੰਦੇ ਹਨ। ਇੱਕ ਨੈਚੁਰਲ ਹੁੰਦੇ ਹਨ, ਇੱਕ ਹਿਊਮਨ ਮੇਡ ਰਿਸੋਰਸਿਸ ਹੁੰਦੇ ਹਨ, ਅਤੇ ਇੱਕ ਹਿਊਮਨ ਆਪ ਹੁੰਦਾ ਹੈ ਰਿਸੋਰਸ। ਇਹ ਦੇਖੋ, ਇਹ ਸਾਰੇ ਕੁਐਸਚਨ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਲਾਸਟ ਦੇ ਵਿੱਚ ਆਪ ਜੀ ਨੂੰ ਨੰਬਰ ਵੀ ਦਿੱਤਾ ਗਿਆ ਹੈ, ਮੋਬਾਈਲ ਨੰਬਰ। ਜੇ ਤੁਹਾਨੂੰ ਕੋਈ ਵੀ ਤੁਸੀਂ ਇਹਨਾਂ ਨੋਟਸਾਂ ਬਾਰੇ ਹੋਰ ਵੀ ਕੋਈ ਜਾਣਕਾਰੀ ਲੈਣਾ ਚਾਹੋ ਤਾਂ ਇਸ ਨੰਬਰ 'ਤੇ ਫ਼ੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਅਤੇ ਮੇਰੇ ਵੱਲੋਂ ਧੰਨਵਾਦ ਨੋਟਸ ਦੇਖਣ ਦੇ ਲਈ।